ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਸਿੰਘ ਸਵਾਗਤ ਕਰਦਾ ਜੀ। ਗੱਲ ਲਗਾਤਾਰ ਚੱਲ ਰਹੀ ਹੈ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਜਿਨ੍ਹਾਂ ਥਾਵਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਭਾਰਤ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਲਿਆਏ ਗਏ ਤਿੰਨ ਅਜਿਹੇ ਆਰਡੀਨੈਂਸ ਜਿਨ੍ਹਾਂ ਨੂੰ ਹੁਣ ਪਾਸ ਕਰ ਦਿੱਤਾ ਗਿਆ ਲੋਕ ਸਭਾ ਰਾਜ ਸਭਾ ਦੇ ਵਿੱਚ। ਹਸਤਾਖਰ ਜਿਸ ਵੇਲੇ ਰਾਸ਼ਟਰਪਤੀ ਸਾਹਿਬ ਦੇ ਹੋਣਗੇ ਉਸ ਵੇਲੇ ਕਾਨੂੰਨ ਨੂੰ ਪੂਰੇ ਭਾਰਤ ਦੇ ਵਿੱਚ ਲਾਗੂ ਕੀਤਾ ਜਾਏਗਾ। ਪਹਿਲਾ ਕਾਨੂੰਨ ਕਹਿੰਦਾ ਜੀ ਕਿ ਹੁਣ ਕਿਸਾਨ ਭਾਵੇਂ ਚਾਹਣ ਤਾਂ ਆਪਣੀਆਂ ਕਈ ਕੁਝ ਫਸਲਾਂ ਆਲੂ ਪਿਆਜ਼ ਤੇਲ ਦੇ ਪਲਸਿਸ ਦੇ ਲਈ ਸਟੋਰ ਕਰਕੇ ਰੱਖ ਸਕਦੇ ਨੇ। ਦੂਸਰਾ ਕਾਨੂੰਨ ਕਹਿੰਦਾ ਜੀ ਕੰਟੈਕਟ ਫਾਰਮਿੰਗ ਹੋਵੇ, ਕੰਪਨੀਆਂ ਆਣ ਕਿਸਾਨਾਂ ਨੂੰ ਦੱਸਣ ਕਿ ਜੀ ਇੰਨੇ ਰਕਬੇ ਦੇ ਵਿੱਚ ਤੁਸੀਂ ਉਗਾਓ, ਇਸ ਭਾਅ ਦੇ ਉੱਤੇ ਅਸੀਂ ਚੱਕ ਲਾਂਗੇ। ਲੇਕਿਨ ਜੇਕਰ ਨਹੀਂ ਚੱਕਿਆ ਜਾਂਦਾ ਤਦ ਕੀ ਹੋਏਗਾ, ਇਹ ਵੀ ਸਵਾਲ ਬਣਦਾ। ਅਤੇ ਤੀਸਰਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬਦਲਾਵ ਦੀ ਨੀਤੀ ਦੇ ਤਹਿਤ ਕਿਸਾਨ ਆਪਣੇ ਘਰੋਂ ਬਾਹਰ, ਯਾਨੀ ਕਿ ਕਿਸਾਨ ਦਾ ਘਰ ਤਾਂ ਮੰਡੀ ਹੈ, ਕਿਸਾਨ ਆਪਣੀ ਫਸਲ ਜਾ ਕੇ ਮੰਡੀ 'ਚ ਹੀ ਵੇਚੇਗਾ, ਲੇਕਿਨ ਮੰਡੀ ਤੋਂ ਬਾਹਰ ਵੀ ਜੇਕਰ ਫਸਲ ਵੇਚਣਾ ਚਾਹੇ ਤਾਂ ਵੇਚ ਸਕਦਾ। ਭਾਰਤ ਸਰਕਾਰ ਦੀ ਸੰਸਥਾ NSSO ਜੋ ਸਾਫ਼ ਤੌਰ ਦੇ ਉੱਤੇ ਸਰਕਾਰ ਨੂੰ ਪਿਛਲੇ ਕਈ ਸਾਲਾਂ ਤੋਂ ਦਿਸ਼ਾ ਨਿਰਦੇਸ਼ ਦੇ ਰਹੀ ਸੀ, ਗਾਈਡੈਂਸ ਦੇ ਰਹੀ ਸੀ ਕਿ ਜੀ ਸਾਡੀ ਰਿਪੋਰਟ ਤਾਂ ਕਹਿੰਦੀ ਹੈ ਕਿ ਖੇਤਾਂ ਦੇ ਵਿੱਚ ਜਿੰਨੀ ਕੁ ਫਸਲ ਉਗਦੀ ਹੈ ਸਿਰਫ ਤੇ ਸਿਰਫ 6% ਫਸਲ ਹੀ ਮੰਡੀਆਂ ਤੱਕ ਪਹੁੰਚਦੀ ਹੈ ਤੇ ਬਾਕੀ ਤਾਂ ਪਹਿਲਾਂ ਹੀ ਬਾਹਰ ਵਿਕ ਜਾਂਦੀ ਹੈ। ਕਿ ਉਸ ਦੇ ਵੱਲ ਧਿਆਨ ਦਿੱਤਾ ਜਾ ਰਿਹਾ। ਸਾਡੇ ਨਾਲ ਸਟੂਡੀਓ ਦੇ ਵਿੱਚ ਖਾਸ ਸ਼ਖਸੀਅਤ ਜੁੜੇ ਹੋਏ ਨੇ ਜੀ, ਅਵਿਨਾਸ਼ ਸਿੰਘ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਸੀਨੀਅਰ ਜਰਨਲਿਸਟ ਨੇ, ਕਈ ਵੱਡੇ ਅਦਾਰਿਆਂ ਦੇ ਨਾਲ ਉਹਨਾਂ ਨੇ ਸੇਵਾਵਾਂ ਆਪਣੀਆਂ ਨਿਭਾਈਆਂ ਨੇ ਤੇ ਅੱਜ ਇਸੇ ਮੁੱਦੇ ਦੇ ਉੱਤੇ ਆਪਣੇ ਵਿਚਾਰ ਅਕਾਲ ਚੈਨਲ ਦੇ ਦਰਸ਼ਕਾਂ ਦੇ ਨਾਲ ਸਾਂਝੇ ਕਰਨਗੇ ਜੀ। ਅਵਿਨਾਸ਼ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਵਿਨਾਸ਼ ਸਿੰਘ ਜੀ, ਅਸੀਂ ਤਿੰਨ ਜਿਹੜੇ ਕਾਨੂੰਨ ਹੁਣ ਲੋਕ ਸਭਾ ਰਾਜ ਸਭਾ ਦੇ ਵਿੱਚ ਪਾਸ ਕਰ ਦਿੱਤੇ ਗਏ, ਕਿਸਾਨਾਂ ਦੇ ਉੱਤੇ ਸਿੱਧੀ ਮਾਰ, ਕਿਸਾਨ ਇਸ ਨੂੰ ਮੰਨਦੇ ਨੇ। ਤੁਸੀਂ ਆਪਣੀ ਨਜ਼ਰ ਦੇ ਵਿੱਚ ਆਸਾਨ ਸ਼ਬਦਾਂ ਦੇ ਵਿੱਚ ਦਰਸ਼ਕਾਂ ਨੂੰ ਜੇਕਰ ਦੱਸਣਾ ਚਾਹੋ ਕਿ ਸਰਕਾਰ ਕੀ ਸੋਚ ਰਹੀ ਹੈ ਅਤੇ ਕਿਸਾਨ ਕਿੰਨਾ ਕੁ ਸਮਝ ਰਹੇ ਨੇ। ਦੇਖੋ, ਸਰਕਾਰ ਤਾਂ ਤੁਹਾਨੂੰ ਇਹ ਕਹਿ ਰਹੀ ਹੈ ਕਿ ਪਿਛਲੇ 70-72 ਸਾਲਾਂ ਤੋਂ 73 ਸਾਲਾਂ ਤੋਂ ਤੁਸੀਂ ਬੰਧਨਾਂ ਦੇ ਵਿੱਚ ਸੀਗੇ ਤੇ ਅਸੀਂ ਤੁਹਾਡੇ ਬੰਧਨ ਕੱਟ ਰਹੇ ਹਾਂ। ਇਹ ਸਰਕਾਰ ਦਾ ਪਹਿਲਾ ਜਿਹੜਾ ਆਪਣਾ ਫੈਸਲਾ ਹੈ। ਦੂਸਰਾ, ਸਰਕਾਰ ਕਹਿੰਦੀ ਹੈ ਜੀ ਕਿ ਤੁਹਾਨੂੰ ਜਿੱਥੇ ਮਰਜ਼ੀ ਜਾਣ ਦੀ ਖੁੱਲ੍ਹ ਹੈ, ਜਿੱਥੇ ਜਾ ਕੇ ਵੇਚਣਾ ਚਾਹੋ। ਇਸੇ ਦੇ ਨਾਲ ਨਾਲ ਸਰਕਾਰ ਜਿਹੜੀ ਹੈ ਉਹ ਕੁਝ ਚੀਜ਼ਾਂ ਦੀ ਤੁਹਾਨੂੰ ਸਟੋਰ ਕਰਨ ਦੀ ਆਜ਼ਾਦੀ ਦੇ ਰਹੀ ਹੈ। ਪਲੱਸ ਉਹਦੇ ਵਿੱਚ ਜਿਹੜੀ ਕੰਟੈਕਟ ਫਾਰਮਿੰਗ ਹੈ, ਇੱਕ ਕੰਟੈਕਟ ਫਾਰਮਿੰਗ ਤੋਂ ਮੈਂ ਸ਼ੁਰੂ ਕਰ ਸਕਦਾ ਜਾਂ ਕਿਸੇ ਪੁਆਇੰਟ ਤੋਂ ਵੀ, ਇੱਕ ਥੋੜਾ ਜਿਹਾ ਡੇਂਜਰਸ ਹੈ ਜਾਂ ਓਵਰਆਲ ਮੈਂ ਕਹਾਂ ਦੋ ਧਾਰੀ ਤਲਵਾਰ ਹੈ। ਇੱਕ ਪਾਸੇ ਕਾਰਪੋਰੇਟ, ਕਿਉਂਕਿ ਕਾਫੀ ਦੇਰ ਤੋਂ ਸਾਡੀ ਸਰਕਾਰ ਜਿਹੜੀ ਹੈ ਉਹ ਇਸ ਵੇਲੇ ਪ੍ਰਾਈਵੇਟਾਈਜੇਸ਼ਨ ਤੇ ਲੱਗੀ ਹੋਈ ਹੈ ਔਰ ਕਾਰਪੋਰੇਟ ਕੰਪਨੀਆਂ ਨੂੰ ਖੁਸ਼ ਕਰਨ ਤੇ ਲੱਗੀ ਹੋਈ ਹੈ। ਇਹ ਉਸੇ ਦੇ ਵਿੱਚ ਇੱਕ ਅਗਲਾ ਕਦਮ ਹੈ। ਲੇਕਿਨ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਹੈ ਕਿ ਕਿਸਾਨਾਂ ਨੂੰ ਵੀ ਕਿਹਾ, ਦੇਖੋ ਜੀ ਜਿੱਥੇ ਮਰਜ਼ੀ ਜਾ ਕੇ ਫਸਲ ਵੇਚ ਸਕਦੇ ਹੋ ਜਿੰਨੀ ਹੋਵੇ। ਕਿਸਾਨਾਂ ਨੂੰ ਡਰ ਲੱਗਣ ਲੱਗ ਗਿਆ ਕਿ ਸਾਡੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਸੀ, ਜੇ ਫਸਲ ਉਸ ਤੋਂ ਵੀ ਥੱਲੇ ਰਹਿ ਗਈ ਤੇ ਸਾਡਾ ਕੀ ਬਣੇਗਾ। ਤਾਂ ਉਹਨਾਂ ਨੂੰ ਖਦਸ਼ਾ, ਜਿਹੜੇ ਕਮਿਸ਼ਨ ਏਜੰਟ ਸੀਗੇ, ਚਾਹੇ ਉਹ ਪੰਜਾਬ 'ਚ ਹੋਣ, ਹਰਿਆਣਾ 'ਚ ਹੋਣ, ਵੈਸਟਰਨ ਯੂਪੀ ਦੇ ਵਿੱਚ ਹੋਣ, ਈਵਨ ਪਾਰਟ ਆਫ ਰਾਜਸਥਾਨ ਦੇ ਵਿੱਚ ਜਿਹੜੇ ਕਮਿਸ਼ਨ ਏਜੰਟ ਨੇ ਉਹ ਇਹ ਫੀਲ ਕਰਦੇ ਨੇ ਕਿ ਜਨਾਬ ਸਾਡੀ ਮੋਨੋਪੋਲੀ ਸੀ, ਅਸੀਂ ਪੈਸਾ ਲੈਂਦੇ ਸੀ, ਸਾਡੇ ਥਰੂ ਮਾਲ ਵਿਕਦਾ ਸੀ। ਇੱਕ ਚੀਜ਼ ਹੋਰ ਸਰਕਾਰ ਨੇ ਜਿਹੜੀ ਬਹੁਤ ਓਪਨਲੀ ਅਨਾਉਂਸ ਨਹੀਂ ਕੀਤੀ, ਅੱਜ ਤੋਂ ਬਾਅਦ ਜਿਹੜਾ ਮਾਲ ਹੈ ਮੰਡੀਆਂ ਦੇ ਵਿੱਚ ਜਿਹੜੀ ਪ੍ਰੋਡਿਊਸ ਹੈ ਉਹਨੂੰ ਫੂਡ ਕਾਰਪੋਰੇਸ਼ਨ ਆਫ ਇੰਡੀਆ ਨਹੀਂ ਚੁੱਕੇਗੀ ਜਾਂ ਉਹਦੀ ਰਿਸਪੌਂਸਿਬਿਲਿਟੀ ਨਹੀਂ ਹੈ। ਉਹਦੀ ਰਿਸਪੌਂਸਿਬਿਲਿਟੀ ਜਿਹੜੇ ਸਟੇਟ ਮੰਡੀ ਬੋਰਡ ਨੇ ਉਹਨਾਂ ਨੂੰ ਦੇ ਦਿੱਤੀ। ਇੱਥੇ ਹੁਣ ਸਰਕਾਰਾਂ ਜਿਹੜੀਆਂ ਸਟੇਟ ਦੀਆਂ ਨੇ, ਜਿਹੜੀਆਂ ਤਾਂ ਬੀਜੇਪੀ ਵਾਲੀਆਂ ਨੇ ਉਹ ਚੁੱਪ ਨੇ, ਜਿਹੜੀਆਂ ਸਰਕਾਰਾਂ ਦੂਸਰੀਆਂ ਨੇ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਮੰਡੀਆਂ ਦੇ ਵਿੱਚੋਂ ਬਹੁਤ ਪੈਸਾ ਮਿਲਦਾ ਸੀ, ਅੱਜ ਉਹ ਪੈਸਾ ਜਿਸ ਵੇਲੇ ਵੀ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ ਉਹ ਪੈਸਾ ਸਾਨੂੰ ਮਿਲਣਾ ਬੰਦ ਹੋ ਜਾਏਗਾ। ਤੋ ਸਟੇਟ ਐਕਸਚੇਕਰ ਤੇ ਡੈਫੀਨੇਟਲੀ ਪ੍ਰਭਾਵ ਪੈਣ ਵਾਲਾ, ਔਰ ਉਹ ਵੀ ਇਸ ਵੇਲੇ ਕਿਸਾਨਾਂ ਦੇ ਨਾਲ ਤੁਰੇ ਹੋਏ। ਜੇ ਕਹੀਏ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਹਾਲਾਤ ਹੈ ਕਿ
ਸਿਰਫ ਬੀਜੇਪੀ ਨੂੰ ਛੱਡ ਕੇ ਅਕਾਲੀ ਦਲ ਵੀ ਇਹਦੇ ਨਾਲ ਹੈ, ਕਾਂਗਰਸ ਵੀ ਨਾਲ ਹੈ, ਦੂਜੀਆਂ ਜਿਹੜੀਆਂ ਪਾਰਟੀਆਂ ਨੇ, ਆਮ ਆਦਮੀ ਪਾਰਟੀ ਕਹ ਲਓ ਜਾਂ ਹੋਰ ਲੋਕਲ ਪਾਰਟੀਆਂ ਨੇ, ਜੀ ਉਹ ਇਸ ਵੇਲੇ ਸਾਰੇ ਕਿਸਾਨਾਂ ਦੇ ਨਾਲ ਹੈ। ਜੀ ਨਵਜੋਤ ਸਿੰਘ ਸਿੱਧੂ ਸਾਹਿਬ ਪਿਛਲੇ 14 ਮਹੀਨੇ ਤੋਂ ਆਰਾਮ ਫਰਮਾ ਰਹੇ ਸੀ, ਉਹ ਵੀ ਵਾਪਸ ਇਸ ਵੇਲੇ ਮਾਰਕੀਟ ਦੇ ਵਿੱਚ ਆਏ ਹੋਏ ਨੇ, ਕਿਉਂਕਿ ਕਿਸਾਨਾਂ ਵਾਲਾ ਇੱਕ ਮੁੱਦਾ ਹੈ ਜਿਹੜਾ ਪੱਕਿਆ ਹੋਇਆ ਹੈ ਔਰ ਸਭ ਨੂੰ ਇਸ ਵੇਲੇ ਇਹਨੂੰ ਟੂਲ ਦੇਣ ਤੇ ਫਾਇਦਾ ਹੋ ਰਿਹਾ। ਇਹਦੇ ਵਿੱਚ ਇੱਕ ਪੁਆਇੰਟ ਹੋ ਜਿਹੜਾ ਚੌਥਾ ਹੈ, ਜਿਹਨੂੰ ਤੁਸੀਂ ਟ੍ਰਾਇਲ ਦੇ ਬੇਸ ਤੇ ਕਰਨਾਟਕਾ ਦੇ ਵਿੱਚ ਇਸ ਵੇਲੇ ਬਿੱਲ ਪਾਸ ਕਰਵਾਇਆ ਹੈ, ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਬਿੱਲ। ਇਹਦੇ ਵਿੱਚ ਵੀ ਉਹੀ ਚੀਜ਼ ਹੋ ਰਹੀ ਹੈ ਕਿ ਇਹ ਸਭ ਨੂੰ ਲੱਗਦਾ ਹੈ ਹੌਲੀ ਹੌਲੀ ਇਹ ਆਲ ਇੰਡੀਆ ਲੈਵਲ ਤੇ ਆ ਜਾਏਗਾ ਔਰ ਅਸੀਂ ਜਿਹੜੇ ਹੈ ਇੱਕ ਪਾਸੇ ਦੇਖੋ ਫ੍ਰੀ ਮਾਰਕੀਟ ਦੀ ਗੱਲ ਹੈ, ਦੂਸਰੀ ਕੰਟੈਕਟ ਫਾਰਮਿੰਗ ਦੀ ਗੱਲ ਹੈ, ਤੀਸਰੀ ਹੈ ਕਿ ਕੁਝ ਏਰੀਆ ਦੇ ਵਿੱਚ ਤੁਸੀਂ ਅਨਲਿਮਿਟਿਡ ਸਟਾਕ ਬਿਲਡ ਕਰ ਸਕਦੇ ਹੋ। ਕੀ ਕਿਸਾਨਾਂ ਦੇ ਕੋਲ ਅੱਜ ਤੱਕ ਸਟਾਕ ਬਿਲਡ ਕਰਨ ਲਈ ਹੈ? ਕੀ ਕਿਸਾਨਾਂ ਨੇ ਕਦੇ ਆਪਣਾ ਵੀਟ ਔਰ ਝੋਨੇ ਤੋਂ ਥੋੜਾ ਜਿਹਾ ਦੂਰ ਹੋਣ ਦੀ ਕੋਸ਼ਿਸ਼ ਕੀਤੀ? ਜਦੋਂ ਕੀਤੀ ਉਹਨਾਂ ਦੇ ਨੁਕਸਾਨ ਬਹੁਤ ਹੋਏ ਕਿਉਂਕਿ ਸਪੋਰਟ ਨਹੀਂ ਸੀ। ਹੁਣ ਡਾਈਵਰਸਿਫਿਕੇਸ਼ਨ ਇਸ ਵੇਲੇ ਜੇ ਸਾਨੂੰ ਲੱਗਦਾ ਤਾਂ ਉਹਦੇ ਵਿੱਚ ਇਹ ਇੱਕ ਵਰਡ ਸੀਗਾ, ਇਹਨੂੰ ਅਸੀਂ ਕਹਿੰਦੇ ਸੀ ਬਲੌਕ ਫਾਰਮਿੰਗ। ਬਲੌਕ ਫਾਰਮਿੰਗ ਮੈਂ ਆਪ ਜਿਹੜੀ ਹੈ ਅਫਰੀਕਾ ਦੇ 6 ਕੰਟਰੀਜ਼ ਦੇ ਵਿੱਚ ਕਰਕੇ ਆਇਆ ਜੀ। ਬਲੌਕ ਫਾਰਮਿੰਗ ਸਿਰਫ ਇਹ ਸੀ, ਅਸੀਂ 2000 ਏਕੜ ਜਾਂ 200 ਏਕੜ, 200 ਤੋਂ 2000 ਏਕੜ ਤੱਕ ਇੱਕ ਕੰਗਲੋਮਰੇਟ ਬਣਾ ਲੈਂਦੇ ਸੀ। ਉਹਨਾਂ ਦੇ ਲਈ ਟਰੈਕਟਰ, ਉਹਨਾਂ ਦੇ ਲਈ ਬਾਕੀ ਫਾਰਮ ਇੰਪਲੀਮੈਂਟਸ, ਮਾਡਰਨ ਇੰਪਲੀਮੈਂਟਸ ਸਾਰੇ ਲਗਾ ਕੇ ਇੱਕ ਬੰਦਾ ਉਹਨੂੰ ਚਲਾਉਂਦਾ ਸੀ, ਇੱਕ ਕੰਪਨੀ ਚਲਾਉਂਦੀ ਸੀ। ਜਿੰਨੇ ਵੀ ਫਾਰਮਰ ਸੀ ਉਹਨਾਂ ਨੂੰ ਉਹਨਾਂ ਦੀ ਹੋਲਡਿੰਗ ਦੇ ਹਿਸਾਬ ਨਾਲ ਪੈਸਾ ਮਿਲ ਜਾਂਦਾ ਸੀ। ਉੱਥੇ ਬਹੁਤ ਸਕਸੈਸ ਹੈ। ਅਸੀਂ ਇੰਡੀਆ 'ਚ 5-7 ਵਾਰੀ ਕੋਸ਼ਿਸ਼ ਕੀਤੀ, ਇੱਕੋ ਚੀਜ਼ ਹੁੰਦੀ ਬਈ ਜਨਾਬ ਇਹਦੇ ਵਿੱਚ ਸਾਡਾ ਕੀ ਹੈ। ਹੁਣ ਉਸੇ ਨੂੰ ਕੰਟਰੈਕਟ ਫਾਰਮਿੰਗ ਦੇ ਥਰੂ, ਇਹ ਪਾਰਟ ਨਹੀਂ ਦੱਸਿਆ ਜਾ ਰਿਹਾ, ਕੰਟਰੈਕਟ ਫਾਰਮਿੰਗ ਦੇ ਥਰੂ ਉਸੇ ਤਰ੍ਹਾਂ ਲਿਆਂਦਾ ਜਾ ਰਿਹਾ। ਕੰਟਰੈਕਟ ਫਾਰਮਿੰਗ ਦੇ ਵਿੱਚ ਇੱਕ ਚੀਜ਼ ਤੁਹਾਨੂੰ ਯਾਦ ਕਰਵਾਉਣੀ ਚਾਹੁੰਦਾ, ਅੱਜ ਤੋਂ ਕੋਈ 16-17 ਸਾਲ ਪਹਿਲੇ ਲਹਿਰ ਪੈਪਸੀ ਨੇ ਪੰਜਾਬ ਦੇ ਵਿੱਚ ਕੋਈ 400 ਫਾਰਮਰ ਇਕੱਠੇ ਕੀਤੇ। ਉਹਨਾਂ ਨੂੰ ਕਿਹਾ ਜੀ ਤੁਸੀਂ ਆਲੂ ਤੇ ਟਮਾਟਰ ਉਗਾਣੇ ਹੈ ਔਰ ਅੰਮ੍ਰਿਤਸਰ ਦੇ ਜੰਡਿਆਲਾ ਦੇ ਕੋਲ ਇਹਨਾਂ ਨੇ ਉਹ ਫਾਰਮਰਸ ਇਕੱਠੇ ਕਰਕੇ ਉਹਨਾਂ ਦੇ ਪ੍ਰਾਈਸ ਫਿਕਸ ਕਰ। ਤੁਸੀਂ ਇੱਕ ਬਹੁਤ ਪਰਟੀਨੈਂਟ ਪੁਆਇੰਟ ਉਠਾਇਆ ਸੀ ਵੀ ਜੇ ਇਹ ਫਸਲ ਚੁੱਕੀ ਨਾ ਗਈ ਤਾਂ ਕੀ ਹੋਏਗਾ ਜੀ। 3 ਸਾਲ ਬਹੁਤ ਚੰਗੇ ਕੱਟੇ, ਚੌਥਾ ਸਾਲ ਠੀਕ ਠਾਕ ਹੋਇਆ, 5ਵੇਂ ਸਾਲ ਉਹਨਾਂ ਨੇ ਫਸਲ ਨਹੀਂ ਚੁੱਕੀ। ਕਿਸਾਨਾਂ ਨੇ ਟਰਾਲੀਆਂ ਭਰ ਕੇ ਸੜਕ ਤੇ ਆਲੂ ਔਰ ਟਮਾਟਰ ਸੁੱਟੇ। ਜੇ ਇਹ ਚੀਜ਼ ਕੰਟਰੈਕਟ ਫਾਰਮਿੰਗ ਦੇ ਅੰਦਰ ਦੁਬਾਰਾ ਹੋ ਗਈ ਕਿ ਤੁਸੀਂ ਜਨਾਬ ਜੋ ਕੁਝ ਬੀਜਣ ਲੱਗੇ, ਉਹ ਕਹਿੰਦਾ ਤੁਸੀਂ ਇਹ ਬੀਜ ਲਓ, ਅਸੀਂ ਤੁਹਾਨੂੰ ਇਹਦਾ ਇੰਨਾ ਮੁੱਲ ਦੇਵਾਂਗੇ। ਲੇਕਿਨ ਜਿਸ ਵੇਲੇ ਤੁਸੀਂ ਨਹੀਂ ਚੁੱਕ ਸਕੇ ਜਾਂ ਜਿਸ ਵੇਲੇ ਇੱਕ ਤਾਂ ਛੋਟਾ ਫਾਰਮਰ ਜਿਹੜਾ ਹੈ ਉਹਨੂੰ ਡਰ ਲੱਗਦਾ ਵੀ ਮੇਰਾ ਕੀ ਬਣੂਗਾ ਜੀ, ਇੱਕ ਜਦੋਂ ਵੱਡਾ ਫਾਰਮਰ ਜਿੱਥੇ ਹੋਏਗਾ ਉਹ ਕੰਪਨੀਜ਼ ਨਾਲ ਗੱਲਬਾਤ ਕਰ ਸਕਦਾ, ਕੰਪਨੀਜ਼ ਦੇ ਨਾਲ ਉਹਨਾਂ ਦਾ ਫੈਸਲਾ ਹੋ ਸਕਦਾ। ਲੇਕਿਨ ਛੋਟਾ ਫਾਰਮਰ ਜਿਹੜਾ ਹੈ ਉਹਦੇ ਲਈ ਕੋਈ ਬਹੁਤ ਜ਼ਿਆਦਾ ਹਾਲਾਤ ਸੁਖਾਵੇਂ ਨਹੀਂ ਲੱਗਦੇ, ਸੋ ਉਹਨੂੰ ਜ਼ਿਆਦਾ ਡਰ ਲੱਗਣ ਲੱਗ ਗਿਆ। ਉਹਦੇ ਵਿੱਚ ਉਹਨੂੰ ਕਿਹਾ ਜਾਂਦਾ ਕਿ ਤੇਰੇ ਲੋਕਲ ਏਰੀਆ ਦੇ ਵਿੱਚ ਅਸੀਂ 10,000 ਕਮੇਟੀਆਂ ਬਣਾਈਆਂ ਨੇ ਜਿਹੜੀਆਂ ਕਿ ਲੋਕਲ ਪ੍ਰੋਡਿਊਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਹਾਡੇ ਫੈਸਲੇ ਜਿਹੜੇ ਹੈ ਉਹ ਕਰੇਗੀ। ਹੁਣ ਸਰਕਾਰ ਆਪਣੀ ਥਾਂ ਤੇ ਆਪਣਾ ਮੁੱਦਾ ਦੇ ਰਹੀ ਹੈ, ਕਿਸਾਨ ਆਪਣੀ ਥਾਂ ਤੇ ਇਸ ਵੇਲੇ ਦੋਨੋਂ ਅੜਿੱਕ ਨੇ ਜੀ। ਕਿਸਾਨ ਇਹ ਸੋਚਦਾ ਹੈ ਕਿ ਮੇਰੇ ਗਲੇ ਵਿੱਚ ਰੱਸੀ ਪਾਈ ਜਾ ਰਹੀ ਹੈ, ਸਰਕਾਰ ਇਹ ਕਹਿਣ ਤੇ ਬਾਰ-ਬਾਰ ਤਿਆਰ ਹੈ ਕਿ ਜਨਾਬ ਅਸੀਂ ਜੋ ਵੀ ਕਰ ਰਹੇ ਹਾਂ ਉਹ ਸਿਰਫ ਤੁਹਾਡੇ ਲਈ ਕਰ ਰਹੇ ਹਾਂ, ਤੁਹਾਡੇ ਲਈ ਅਸੀਂ ਤੁਹਾਡਾ ਫਿਊਚਰ ਸੁਖਾਵਾਂ ਕਰ ਰਹੇ ਹਾਂ। 1955 ਦੇ ਵਿੱਚ ਵੀ ਧਨਾੜਾ ਨੇ, ਸਾਹੂਕਾਰਾਂ ਨੇ ਜੋ ਕਹਿ ਲਈਏ ਸਟਾਕ ਦੇ ਵਿੱਚ ਸਮਾਨ ਰੱਖ ਕੇ
ਆਪਣੇ ਵੱਲੋਂ ਕੋਸ਼ਿਸ਼ ਕੀਤੀ ਅਤੇ ਉਸ ਵੇਲੇ ਦੀ ਸਰਕਾਰ ਨੇ 1955 ਦੇ ਵਿੱਚ ਇਹ ਰੂਲ ਬਣਾ ਦਿੱਤਾ ਕਿ ਜੀ ਇਹ ਤੁਸੀਂ ਭੰਡਾਰਾ ਨਹੀਂ ਕਰ ਸਕਦੇ, ਤੁਸੀਂ ਭੰਡਾਰਾ ਆਪਣੇ ਕੋਲ ਨਹੀਂ ਰੱਖ ਸਕਦੇ। ਹੁਣ ਸਾਲ 2020 ਦੇ ਵਿੱਚ ਮੁੜ ਤੋਂ ਮੋਦੀ ਸਰਕਾਰ ਉਸ ਚੀਜ਼ ਨੂੰ ਖੋਲ ਰਹੀ ਹੈ ਕਿ ਜੀ ਤੁਸੀਂ ਆਪਣੇ ਕੋਲ ਸਟਾਕ ਕਰਕੇ ਸਮਾਨ ਰੱਖ ਸਕਦੇ ਹੋ। ਦੋ ਤਰੀਕੇ ਹੋਣਗੇ ਜਿਸ ਵੇਲੇ ਤੁਸੀਂ ਨਹੀਂ ਸਟਾਕ ਕਰਕੇ ਰੱਖ ਸਕਦੇ, ਜਿਸ ਵੇਲੇ ਲੱਗਾ ਹੋਏ ਯੁੱਧ, ਵਾਰ ਛਿੜੀ ਹੋਏ, ਜਾਂ ਕਿਸੇ ਵੀ ਤਰੀਕੇ ਦੀ ਆਪਦਾ ਮੁਲਕ ਦੇ ਉੱਤੇ ਆਈ ਹੈ। ਹੁਣ ਇਸ ਕਰੋਨਾ ਮਹਾਮਾਰੀ ਨੂੰ ਵੀ ਸਰਕਾਰ ਆਪਦਾ ਨਹੀਂ ਮੰਨ ਰਹੀ ਤੇ ਉਸ ਦੇ ਵਿੱਚ ਹੀ ਅਜਿਹਾ ਕਾਨੂੰਨ ਜਾਰੀ ਕਰ ਦਿੱਤਾ ਜਾਂਦਾ। ਦੇਖੋ, ਮੈਂ ਇਹਨੂੰ ਪਿਛਲੇ ਪਾਸਿਓਂ ਪੜਾਂਗਾ। ਕਰੋਨਾ ਮਹਾਮਾਰੀ ਦੇ ਵਿੱਚ ਸਰਕਾਰ ਨੂੰ ਇੱਕ ਮੌਕਾ ਸੀ ਵੀ ਕੁਝ ਦਿਨ ਲਈ ਅਸੀਂ ਸੰਸਦ ਦਾ ਇਜਲਾਸ ਬੁਲਾ ਰਹੇ ਸੀ। ਸਰਕਾਰ ਨੇ ਕਿਹਾ ਵੀ ਇੱਕ ਮੌਕਾ ਹੈ, ਤੁਸੀਂ ਜਿੰਨੇ ਵੀ ਆਰਡੀਨੈਂਸਸ ਸੀ ਉਹਨਾਂ ਨੂੰ ਐਕਟ ਬਣਾ ਲਓ ਵਿਦਆਊਟ ਡਿਸਕਸ਼ਨ। ਹੁਣ ਸਭ ਤੋਂ ਵੱਡੀ ਆਪੋਜੀਸ਼ਨ ਦਾ ਰੌਲਾ ਇਹੀ ਹੈ ਵੀ ਤੁਸੀਂ ਕਿਸੇ ਨੂੰ ਕੌਨਫੀਡੈਂਸ ਦੇ ਵਿੱਚ ਨਹੀਂ ਲਿਆ, ਤੁਸੀਂ ਕਿਸੇ ਕਿਸਾਨਾਂ ਨਾਲ ਨਹੀਂ ਗੱਲ ਕੀਤੀ, ਤੁਸੀਂ ਚਾਰ ਬੰਦਿਆਂ ਨੇ ਆਪਸ 'ਚ ਰਲ ਕੇ ਔਰ ਪ੍ਰਾਈਵੇਟ ਜਿਹੜੇ ਕਾਰਪੋਰੇਟ ਬਾਡੀਜ਼ ਨੇ ਉਹਨਾਂ ਨਾਲ ਰਲ ਕੇ ਇਹਨਾਂ ਕਾਨੂੰਨ ਨੂੰ ਜਲਦੀ ਬਿਨਾਂ ਡਿਸਕਸ਼ਨ ਤੋਂ ਤੁਸੀਂ ਲੋਕ ਸਭਾ 'ਚ ਔਰ ਰਾਜ ਸਭਾ 'ਚ ਸਾਨੂੰ ਸਾਰਿਆਂ ਨੂੰ ਪਤਾ ਵੀ ਕਿਸ ਤਰੀਕੇ ਨਾਲ ਪਾਸ ਹੋਇਆ। ਇੱਕ ਨਹੀਂ ਤਿੰਨ, ਔਰ ਚੌਥਾ ਜਿਹੜਾ ਹੈ ਉਹ ਜਿਹੜਾ ਹੈ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਬਿੱਲ ਜੀ, ਉਹ ਵੀ ਇੱਕ ਟਰਾਇਲ ਹੈ ਜਿਹੜੀ ਆਲ ਓਵਰ ਇੰਡੀਆ ਇਹ ਲਿਆਣਗੇ। ਔਰ ਉੱਥੇ ਦੇਖੋ ਇਹ ਫਾਇਦੇ ਵੀ ਤੁਹਾਨੂੰ ਦਿਖਾ ਰਹੇ ਹੈ, ਲੇਕਿਨ ਉਹਦੇ ਨਾਲ ਨਾਲ ਪਿਟਫਾਲਸ ਵੀ ਨੇ। ਇਟ ਕੁਡ ਬੀ ਅ ਬੂਨ, ਇਟ ਕੁਡ ਬੀ ਅ ਬੇਨ ਜੀ। तो ਜਿਹੜਾ ਬੇਨ ਹੈ ਉਹ ਸਾਡੇ ਲਈ, ਕਿਸਾਨਾਂ ਲਈ ਬਹੁਤ ਦੁਖਦਾਈ ਹੋ ਸਕਦਾ ਜੀ। ਅਸੀਂ ਗੱਲ ਕਰ ਰਹੇ ਹਾਂ ਹੋਰਨਾਂ ਮੁਲਕਾਂ ਦੇ ਵੱਲ ਜਿਸ ਵੇਲੇ ਭਾਰਤ ਨਜ਼ਰ ਪਾਉਂਦਾ ਹੈ, ਅਮਰੀਕਾ, ਯੂਰਪ ਦੇ ਵੱਲ ਜਿਸ ਵੇਲੇ ਨਜ਼ਰ ਪਾਉਂਦਾ ਹੈ, ਭਾਰਤ ਦੇ ਮੀਡੀਆ ਦੇ ਵਿੱਚ ਇਸ ਵੇਲੇ ਇਹ ਚਰਚਾ ਚੱਲ ਰਹੀ ਹੈ ਕਿ ਦੂਸਰੇ ਮੁਲਕਾਂ ਦੇ ਵਿੱਚ ਫੇਲ ਹੋ ਚੁੱਕੇ ਮਾਡਲ ਹੁਣ ਭਾਰਤ ਦੇ ਵਿੱਚ ਉਸ ਦਾ ਐਕਸਪੈਰੀਮੈਂਟ ਕੀਤਾ ਜਾ ਰਿਹਾ। ਭਾਰਤ ਦੇ ਕਈ ਇਕਨੋਮਿਸਟ ਅਜਿਹੇ ਕਹਿੰਦੇ ਨੇ ਕਿ ਜੀ ਇਸ ਵੇਲੇ ਸਰਕਾਰ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਭਾਰਤ ਦੇ ਇਕਨੋਮਿਸਟ 10 ਸਾਲ ਪਿੱਛੇ ਨੇ ਵਰਲਡ ਦੇ ਇਕਨੋਮੀ ਨੂੰ ਵੇਖਣ ਦੇ ਲਈ। ਇਸ ਤੋਂ ਤੁਸੀਂ ਕਿੰਨਾ ਕੁ ਸਹਿਮਤ ਹੈਗੇ ਹੋ? ਦੋਨੋਂ ਤਿੰਨੋਂ ਚੀਜ਼ਾਂ ਜੀ। MS ਸਵਾਮੀਨਾਥਨ ਦੀ ਰਿਪੋਰਟ ਅਸੀਂ ਅੱਜ ਤੱਕ ਉਹਨੂੰ ਇੰਪਲੀਮੈਂਟ ਨਹੀਂ ਕਰ ਸਕੇ। ਦੂਜਾ, ਸਾਡੇ ਮੋਦੀ ਸਾਹਿਬ ਜਿਹੜੇ ਨੇ ਉਹ ਅੱਖਾਂ ਬੰਦ ਕਰਕੇ ਅਮਰੀਕਾ ਨੂੰ ਫੋਲੋ ਕਰਦੇ ਹੈ। ਅਮਰੀਕਾ ਦੇ ਵਿੱਚ ਅੱਜ ਕੀ ਹੋ ਰਿਹਾ ਜੀ? ਇੱਕ ਕੰਪਨੀ ਹੈ ਮਾਨਸੈਂਟੋ ਜਿਹੜੀ ਹੈ ਉਹ ਲੋਕਾਂ ਨੂੰ ਤਿਆਰ ਕੀਤੀ ਹੋਈ ਬ੍ਰੈਡ ਜਾਂ ਅਸੀਂ ਕਹਾਂਗੇ ਚਪਾਤੀ ਜਾਂ ਪਰਾਠੇ, ਉਹ ਸਾਡੀ ਲੈਂਗੁਏਜ ਹੈ। they say Indian bread or they say bread, Afghani bread, Indian bread plus ਹੋਰ ਤਰ੍ਹਾਂ ਦੀ ਬ੍ਰੈਡ ਉਹ ਲੋਕਾਂ ਨੂੰ ਮੁਹੱਈਆ ਕਰਵਾਉਂਦੇ ਨੇ ਔਰ ਉਹ ਕਿਸਾਨਾਂ ਨੂੰ ਇਸ ਵੇਲੇ ਪੈਸੇ ਦਿੰਦੇ ਨੇ ਕਿ ਤੁਸੀਂ ਕਣਕ ਨਾ ਉਗਾਓ, ਜਿਨ੍ਹਾਂ ਨੂੰ ਅਸੀਂ ਜਿੱਥੇ ਚਾਹਾਂਗੇ ਉੱਥੇ ਆਪਣੀ ਅਸੀਂ ਕੁਝ ਏਰੀਆ ਦੇ ਵਿੱਚ ਕਣਕ ਉਗਾਵਾਂਗੇ। ਉਹੀ ਚੀਜ਼ ਤੁਸੀਂ ਇਹਦੇ ਕੰਟਰੈਕਟ ਫਾਰਮਿੰਗ ਦੇ ਅੰਡਰ ਲਿਆਣੀ ਚਾਹ ਰਹੇ ਹੋ ਬਈ ਅਸੀਂ ਤੁਹਾਨੂੰ ਕਵਾਂਗੇ ਆਹ ਚੀਜ਼ ਤੁਸੀਂ ਉਗਾਓ, ਉਹਦਾ ਤੁਹਾਨੂੰ ਅਸੀਂ ਚੰਗਾ ਮੁੱਲ ਦੇਵਾਂਗੇ। ਲੇਕਿਨ ਜੇ ਉਹ ਮੁੱਲ ਤੁਸੀਂ ਨਹੀਂ ਦੇ ਸਕੇ ਤੇ ਛੋਟਾ ਫਾਰਮਰ ਕਿਹਦੇ ਵੱਲ ਦੇਖੇਗਾ? ਜਾਂ ਫੈਸਲੇ ਕੋਰਟ ਦੇ ਵਿੱਚ ਜਾਣਗੇ। ਇੰਡੀਅਨ ਕੋਰਟ ਦਾ ਸਾਨੂੰ ਇਹ ਪਤਾ ਹੈ ਕਿ 10-10 ਸਾਲ 15-15 ਸਾਲ ਕੇਸ ਨਹੀਂ ਮੁੱਕਦੇ, ਤਾਂ ਉਹ ਕਿਸਾਨ ਕਿੱਥੇ ਜਾਏਗਾ? ਮੈਂ ਤੁਹਾਡੇ ਨਾਲ ਸਹਿਮਤ ਹਾਂ ਜਾਂ ਜਿਹੜੇ ਵੀ ਐਕਸਪਰਟਸ ਕਹਿ ਰਹੇ ਹੈ ਕਿ ਪਿਛਾਂ ਖਿੱਚੂ ਜਾਂ ਅਸੀਂ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਕੁਝ ਚੀਜ਼ਾਂ ਫੇਲ ਹੋਈਆਂ ਨੇ ਉਹਨੂੰ ਅਸੀਂ ਇੰਡੀਆ 'ਚ ਲਿਆ ਕੇ ਉਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਇੰਪਲੀਮੈਂਟ ਕਰੀਏ। ਜਦੋਂ ਕਿ ਸਾਡੇ ਕੋਲ ਬਹੁਤ ਚੰਗੀਆਂ 5-6 ਐਗਰੀਕਲਚਰ ਯੂਨੀਵਰਸਿਟੀਜ਼ ਨੇ, ਉਹਨਾਂ ਦੇ ਐਕਸਪਰਟਸ ਨੇ ਬਹੁਤ ਕਲੀਅਰਲੀ ਪਿਛਲੇ 2 ਦਿਨ 'ਚ ਕਿਹਾ ਕਿ ਅਸੀਂ ਕੌਨਫੀਡੈਂਸ ਦੇ ਵਿੱਚ ਨਹੀਂ ਲਿੱਤੇ ਗਏ। ਇਸ ਦੇ ਵਿੱਚ ਹੋਰ ਸੁਧਾਰਾਂ ਦੀ ਜ਼ਰੂਰਤ ਹੈ। ਕੁਝ ਚੀਜ਼ਾਂ ਚੰਗੀਆਂ ਨੇ ਲੇਕਿਨ ਕੁਝ ਚੀਜ਼ਾਂ ਜਿਹੜੀਆਂ ਨੇ ਬਈ ਤੁਸੀਂ ਕਿਸਾਨ ਨੂੰ ਕਹਿੰਦੇ ਹੋ ਵੀ ਅੱਜ ਹੁਣ ਤੂੰ ਕਮਿਸ਼ਨ ਏਜੰਟ ਦੇ ਥਰੂ ਨਹੀਂ ਜਾਣਾ, ਲੇਕਿਨ ਕਿਸਾਨ ਇਹ ਕਹਿੰਦਾ ਜਨਾਬ ਕਮਿਸ਼ਨ ਏਜੰਟ ਜਦੋਂ ਮੇਰੇ ਕੋਲ ਖਾਣ ਲਈ ਪੈਸਾ ਨਹੀਂ ਹੁੰਦਾ, ਕਮਿਸ਼ਨ ਏਜੰਟ ਮੈਨੂੰ ਐਡਵਾਂਸ ਦਿੰਦਾ। ਉਹ ਠੀਕ ਹੈ, ਉਹ ਹੋਲਡ ਕਰਕੇ ਤੇ ਅਗਲੇ ਸਾਲ MSP ਤੇ ਵੇਚਦੇ ਸੀ ਔਰ MSP ਹਰ ਵਾਰੀ ਵੱਧਦੀ ਹੈ, ਆਟੋਮੈਟਿਕ ਹੈ। ਤੁਸੀਂ ਇੱਕ ਹੋਰ ਸਵਾਲ ਪੁੱਛਿਆ ਸੀ, MSP ਪਿਛਲੇ ਸਾਲ ਤਾਂ ਵਧੀ, ਐਤਕੀ ਵੀ ਵਧੀ। ਕਦੋਂ ਵਧੀ ਔਰ ਕਿੰਨੀ ਵਧੀ? ਪਿਛਲੇ ਸਾਲ 75 ਰੁਪਏ ਰੇਟ ਵਧਿਆ ਸੀ ਕਣਕ ਦਾ,
ਇਸ ਜੀ। ਸਾਲ ਜਦੋਂ ਕਿ ਰੌਲਾ ਜ਼ਿਆਦਾ ਹੈ 50 ਰੁਪਏ ਵਧਾਇਆ। तो ਹੂੰ। MSP सिर्फ इस तरह है, ਤੁਸੀਂ ਇਹ ਦੇਖੋ ਪਿਛਲੇ 5 ਸਾਲਾਂ ਚ ਆਟੇ ਦਾ ਕੀ ਭਾਅ ਹੈ ਪਰ 5 kg, ਹੂੰ। ਔਰ ਕਿਸਾਨ ਨੂੰ ਪਿਛਲੇ 5 ਸਾਲਾਂ ਦੇ ਵਿੱਚ ਅਸੀਂ ਕਿੰਨਾ ਐਕਸਟਰਾ ਦਿੱਤਾ ਪਰ ਕੁਇੰਟਲ, ਪੌਣੇ 200 ਰੁਪਇਆ 4 ਤੇ 5 ਸਾਲਾਂ ਦੇ ਵਿੱਚ। ਸੋ ਕਿਸਾਨ ਅੱਜ ਵੀ ਡਿਪੈਂਡੈਂਟ ਹੈ, ਲੇਕਿਨ ਫਿਰ ਵੀ ਉਹ ਕਹਿੰਦਾ ਜਿਹੜਾ ਕਮਿਸ਼ਨ ਏਜੰਟ ਹੈ ਉਹ ਭਾਵੇਂ ਮੈਨੂੰ ਹੌਲੀ ਹੌਲੀ ਪੈਸੇ ਦਿੰਦਾ, ਲੇਕਿਨ ਜਦੋਂ ਮੈਨੂੰ ਐਡਵਾਂਸ ਚਾਹੀਦਾ ਹੈ, ਜਦੋਂ ਮੇਰੇ ਘਰ 'ਚ ਸ਼ਾਦੀ ਹੈ, ਜੀ। ਮੈਨੂੰ ਕਮਿਸ਼ਨ ਏਜੰਟ ਜਿਹੜਾ ਹੈ ਉਹ ਮੇਰੇ ਲਈ ਬਹੁਤ ਵਾਰੀ ਇੱਕ ਹੂੰ। ਸੇਵੀਅਰ ਦਾ ਕੰਮ ਕਰਦਾ ਹੈ। ਸੋ ਉਹ ਕਮਿਸ਼ਨ ਏਜੰਟ ਤੋਂ ਦੂਰ ਵੀ ਨਹੀਂ ਜਾਣਾ ਚਾਹੁੰਦੇ। ਇਹ ਕਹਿੰਦੇ ਆ ਅਸੀਂ ਕਿਸਾਨ ਨੂੰ ਆਤਮ ਨਿਰਭਰ ਕਰ ਰਹੇ ਹਾਂ, ਜੀ। ਲੇਕਿਨ ਕਿਸਾਨ ਨੂੰ ਅੱਜ ਵੀ ਇਹ ਡਰ ਲੱਗਦਾ ਕਿ ਜੇ ਮੈਂ ਡਾਈਵਰਸਿਫਾਈ ਕਰਾਂਗਾ ਜੀ। ਮੇਰੀ ਜਿਹੜੀ ਪ੍ਰੋਡਿਊਸ ਹੈ ਮਾਰਕੀਟ 'ਚ ਕਿੱਥੇ ਵਿਕੇਗੀ। ਜੀ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਦੱਸਣਾ ਚਾਹੁੰਦਾ, ਜੀ। ਉਹਦੇ ਵਿੱਚ ਸਰਕਾਰ ਦਾ ਝੂਠ ਵੀ ਸ਼ਾਮਿਲ ਹੈ। ਸਰਕਾਰ ਨੇ ਕਿਹਾ ਜੀ ਕਿ ਤੁਸੀਂ ਆਪਣੀ ਜਿੱਥੇ ਤੁਹਾਨੂੰ ਪੂਰਾ ਪੈਸਾ ਮਿਲਦਾ ਹੈ ਇੰਡੀਆ ਦੇ ਵਿੱਚ ਕਿਸੇ ਕੋਨੇ ਜਾ ਕੇ ਆਪਣੀ ਹੂੰ। ਪ੍ਰੋਡਿਊਸ ਵੇਚ ਸਕਦੇ। ਠੀਕ। ਉਹਦੇ ਵਿੱਚ ਪਹਿਲਾਂ ਤਾਂ ਟਰਾਂਸਪੋਰਟ ਆਏਗੀ। ਚਲੋ ਮੈਂ ਇੱਕ ਕਿਸਾਨ ਹਾਂ ਜੀ, ਬਿਲਕੁਲ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਵਿੱਚ ਹਾਂ। ਸਾਡਾ ਮਕਾਨ ਹਰਿਆਣਾ ਦੇ ਵਿੱਚ ਸੀ, ਜ਼ਮੀਨ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਸੀ। ਅੱਜ ਤੋਂ 12-13 ਸਾਲ ਪਹਿਲਾਂ ਅਸੀਂ ਆਪਣੀ ਪ੍ਰੋਡਿਊਸ ਜਿਹੜੀ ਹੈ ਕੈਥਲ ਦੀ ਜਿਹੜੇ ਡਿਸਟ੍ਰਿਕਟ ਦੀਆਂ ਮੰਡੀਆਂ ਸੀ ਉੱਥੇ ਵੇਚਦੇ ਸੀ। ਸਡਨਲੀ ਹੋਇਆ ਜੀ ਅਸੀਂ ਆਪਣੀ ਟਰਾਲੀ ਜੇ ਮੈਂ ਸਟੋਰ ਵੀ ਕਰਨਾ ਚਾਹਾਂ ਤੇ ਮੈਂ ਆਪਣੇ ਫਾਰਮ ਹਾਊਸ ਤੇ ਨਹੀਂ ਸੀ ਲਿਜਾ ਸਕਦਾ। ਉਹਨਾਂ ਨੇ ਕਿਹਾ ਜੀ ਤੁਸੀਂ ਵੇਚਣੀ ਹੈ, ਜੇ ਕਿਤੇ ਹੋਰ ਸਟੋਰ ਕਰ ਸਕਦੇ ਹੋ। ਵੀ ਹੈਡ ਟੂ ਮੂਵ ਟੂ ਪਟਿਆਲਾ ਸਿਟੀ ਜੀ। ਕਿ ਅਸੀਂ ਆਪਣੀ ਪ੍ਰੋਡਿਊਸ ਆਪਣੇ ਘਰ ਤੱਕ ਲਿਜਾ ਸਕੀਏ। ਹੂੰ। ਇਹ ਲੇਕਿਨ ਉਹਦੇ ਨਾਲ ਕੀ ਸੀ, ਕੈਥਲ ਔਰ ਤਰਾਵੜੀ ਦੇ ਜਿੰਨੇ ਕੁ ਜੇ ਝੋਨੇ ਦੀ ਗੱਲ ਕਰੀਏ ਜੀ। ਤਾਂ ਉਹ ਸਾਡੇ ਕੋਲ ਆ ਕੇ ਸਾਡੀ ਫਸਲ ਦੇਖ ਕੇ ਹਰ ਸਾਲ ਮੁੱਲ ਪਾਉਂਦੇ ਰਹੇ। ਉਹਨਾਂ ਲਈ ਟਰਾਂਸਫਰ ਸੀਗੀ, ਉਹ ਟਰੱਕ ਲਿਜਾ ਸਕਦਾ, ਲੇਕਿਨ ਮੈਂ ਆਪਣੀ ਟਰਾਲੀ ਮੰਡੀ ਦੇ ਵਿੱਚੋਂ ਨਹੀਂ ਸੀ ਲਿਜਾ ਸਕਦਾ, ਹਰਿਆਣਾ ਦੀ ਮੰਡੀ 'ਚ ਨਹੀਂ ਸੀ ਲਿਜਾ ਸਕਦਾ। ਦੈਟ ਮੀਨਸ ਐਵਰੀਥਿੰਗ ਵਾਸ ਹੈਪਨਿੰਗ ਅੰਡਰ ਕਵਰ, ਜਾਂ ਉਹਨਾਂ ਲਈ ਕੋਈ ਰੋਕ ਟੋਕ ਨਹੀਂ ਸੀ। ਅੱਜ ਤੁਸੀਂ ਕਹਿੰਦੇ ਹੋ ਤੁਸੀਂ ਇਹਨੂੰ ਖੋਲ ਦਿੱਤਾ, ਲੇਕਿਨ ਤੁਸੀਂ ਕਿੱਥੇ ਕਰ ਸਕਦੇ ਹੋ ਕਿ ਉਹ ਤੁਹਾਨੂੰ ਠੀਕ ਮੁੱਲ ਦੇ ਸਕਣਗੇ, ਕਿਉਂਕਿ ਪਹਿਲਾਂ ਤਾਂ ਇੱਕ ਡਰ ਸੀ ਕਿ MSP ਤੋਂ ਉੱਪਰ ਹੀ ਚਾਹੀਦਾ। ਹੂੰ। ਮਿਨੀਮਮ ਜਿਹੜਾ ਪ੍ਰਾਈਸ ਹੈ, ਮਿਨੀਮਮ ਸੇਲ ਪ੍ਰਾਈਸ, ਸਪੋਰਟ ਪ੍ਰਾਈਸ, ਉਹਨੂੰ ਤੁਸੀਂ ਅੱਜ ਵੀ ਕਿਸਾਨ ਕਹਿ ਰਿਹਾ ਵੀ ਸਾਨੂੰ ਡਰ ਲੱਗਦਾ। ਜੀ। ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਇਹ ਤਾਂ ਰਹੇਗਾ, ਲੇਕਿਨ ਕਿਸਾਨ ਕਹਿੰਦਾ ਸਾਨੂੰ ਲਿਖ ਕੇ ਦੇ ਦਿਓ ਕਿ ਮਿਨੀਮਮ ਸਪੋਰਟ ਪ੍ਰਾਈਸ ਤੋਂ ਥੱਲੇ ਕੋਈ ਕੁਝ ਨਹੀਂ ਵੇਚ ਸਕਦਾ। ਉੱਥੇ ਸਰਕਾਰ ਆਪਣੀਆਂ ਲੱਤਾਂ ਖਿੱਚ ਰਹੀ ਹੈ। ਬਿਲਕੁਲ। ਤੋ ਅਵਿਨਾਸ਼ ਜੀ, ਸਬਸਿਡੀ ਹੋ ਗਿਆ, MSP ਹੋ ਗਿਆ, ਫਸਲਾਂ ਦੇ ਭੁਗਤਾਨ ਦੀ ਗੱਲ ਜਿੱਥੇ ਆਉਂਦੀ ਹੈ, ਹਲੇ ਕਿਸਾਨ ਇਸ ਚੱਕਰ 'ਚ ਹੀ ਫਸਿਆ ਹੋਇਆ ਕਿ ਜੀ ਸਾਨੂੰ ਸਬਸਿਡੀ ਮਿਲਦੀ ਰਹੇ, MSP ਦਾ ਵਾਧਾ ਹੁੰਦਾ ਰਹੇ, ਭੁਗਤਾਨ ਸਮੇਂ ਸਿਰ ਹੋ ਜੇ। ਲੇਕਿਨ ਇਹਨਾਂ ਸਾਰੇ ਚੱਕਰਾਂ ਦੇ ਵਿੱਚ ਸਰਕਾਰ ਕਹਿੰਦੀ ਹੈ ਜੀ ਅਸੀਂ ਤਾਂ ਕਿਸਾਨ ਦੀ ਆਮਦਨ ਨੂੰ ਦੁੱਗਣਾ ਕਰਨ ਦੀ ਰਾਹ ਦੇ ਉੱਤੇ ਕਿਸਾਨ ਨੂੰ ਅੱਗੇ ਤੋਰ ਰਹੇ ਹਾਂ। ਇਹ ਦੁੱਗਣਾ ਕਦ ਤੱਕ ਹੋਏਗਾ? ਇਹ ਕਿਤੇ ਵੀ ਨਹੀਂ ਲਿਖਤੀ ਤੌਰ ਦੇ ਵਿੱਚ ਨਜ਼ਰ ਆ ਰਿਹਾ। ਕਿਸਾਨ ਨੂੰ ਆਪ ਨਹੀਂ ਨਜ਼ਰ ਆ ਰਿਹਾ, ਖਰਚੇ ਵਧੀ ਜਾ ਰਹੇ ਨੇ, ਸਿਰ ਦੇ ਉੱਤੇ ਚੜਿਆ ਹੋਇਆ ਲੋਨ ਵੀ ਵਧੀ ਜਾਂਦਾ, ਉਹਦੀਆਂ ਕਿਸ਼ਤਾਂ ਵਧੀਆਂ ਜਾ ਰਹੀਆਂ ਨੇ, ਤੇ ਉਸ ਤੋਂ ਇਲਾਵਾ ਜਿਹੜੇ ਫਰਟੀਲਾਈਜ਼ਰਸ ਨੇ ਮਾਰ ਮਾਰੀ ਉਹ ਤਾਂ ਦੁੱਗਣੀ ਸੀ। ਇਹ 2022 ਤੱਕ ਓਰੀਜਨਲ ਸਾਡਾ ਟੀਚਰ ਸੀ ਜੀ ਕਿ ਅਸੀਂ ਕਿਸਾਨ ਦੀ, ਇਹ ਜਦੋਂ 2019 ਦੀਆਂ ਇਲੈਕਸ਼ਨ ਸੀ ਉਹਨਾਂ ਦੇ ਮੈਨੀਫੈਸਟੋ 'ਚ ਦੇਖ ਲਓ ਕਿ ਅਸੀਂ ਕਹਿੰਦੇ ਹਾਂ 2022 ਤੱਕ ਤੁਹਾਨੂੰ ਜਿਹੜਾ ਹੈ ਕਿਸਾਨ ਦੀ ਆਮਦਨ ਦੁੱਗਣੀ। ਜੇ 22 ਨਾ ਹੋਈ ਤੇ ਅਗਲੀ ਇਲੈਕਸ਼ਨ ਤੋਂ ਪਹਿਲਾਂ ਕਿਸਾਨ ਦੀ ਆਮਦਨ ਦੁੱਗਣੀ ਹੋ ਜਾਏਗੀ। ਲੇਕਿਨ ਅੱਜ ਕਿਸਾਨ ਜਿਹੜਾ ਹੈ ਉਹਨੂੰ ਇੱਕ ਚੀਜ਼ ਸਮਝ ਆ ਗਈ ਕਿ ਮੈਨੂੰ ਤਾਂ ਸ਼ੋਰਿਟੀ, ਮਿਨੀਮਮ ਸਪੋਰਟ ਪ੍ਰਾਈਸ ਦੀ ਵੀ ਸ਼ੋਰਿਟੀ ਨਹੀਂ ਹੈ ਜੀ। ਮੈਨੂੰ ਉਹਨੂੰ ਹਰ ਵਾਰੀ ਜੀ ਕੁਛ ਇਲਾਕੇ ਨੇ ਪੰਜਾਬ 'ਚ, ਹਰਿਆਣਾ 'ਚ, ਦੂਸਰੀ ਥਾਵਾਂ ਤੇ ਇਸ ਵਾਰੀ ਅੱਜ ਦੀ ਡੇਟ ਦੇ ਵਿੱਚ ਇੰਡੀਆ ਦੇ ਵਿੱਚ 60 ਇਹੋ ਜਿਹੇ ਡਿਸਟ੍ਰਿਕਟ ਨੇ ਜਿਹੜੇ ਬਹੁਤ ਹੈਵੀ ਫਲੱਡਸ ਦੇ ਅੰਦਰ ਚਪੇਟ ਦੇ ਅੰਦਰ ਆ। ਉਹ ਜਦੋਂ ਨਹੀਂ ਹੁੰਦਾ ਉਦੋਂ ਕਿਸਾਨ ਕਿਹਦੇ ਵੱਲ ਦੇਖਦਾ? ਸਰਕਾਰ। ਫਿਰ ਸਰਕਾਰ ਕੁਝ ਚੀਜ਼ਾਂ ਤੇ ਕਹਿੰਦੀ ਵੀ ਇਹ ਤੁਸੀਂ ਕਰ ਲਓ ਇਸ ਤਰ੍ਹਾਂ ਤੇ ਤੁਹਾਨੂੰ ਸਬਸਿਡੀ ਮਿਲ ਜਾਏਗੀ। ਅਸੀਂ ਡਿਪੈਂਡੈਂਟ ਹੋ ਗਏ
ਕਿ ਜਨਾਬ ਉਹੀ ਚੀਜ਼ ਕਰਾਂਗੇ ਜਿੱਥੇ ਸਾਨੂੰ ਸਬਸਿਡੀ ਮਿਲ ਸਕਦੀ ਹੈ, ਤੇ ਜੀ ਜੇ ਮੇਰੀ ਫਸਲ ਖਰਾਬ ਹੋਏਗੀ ਤਾਂ ਵੀ ਮੈਨੂੰ ਸਰਕਾਰ 15 20 25% 30% ਡਿਪੈਂਡੈਂਟ ਹੋ ਗਏ। ਬਹੁਤ ਅੱਛਾ ਇੱਕ ਟਾਈਮ ਸੀ ਜਦੋਂ ਅਸੀਂ ਡਾਈਵਰਸਿਫਿਕੇਸ਼ਨ ਸ਼ੁਰੂ ਕੀਤੀ ਸੀ, ਜੀ ਜਦੋਂ ਅਸੀਂ ਦੁਬਾਰਾ ਨਰਮੇ ਵੱਲ ਤੁਰ ਪਏ ਸੀ, ਅਸੀਂ ਆਇਲ ਸੀਡਸ ਵੱਲ ਤੁਰ ਪਏ ਸੀ, ਸਬਜ਼ੀਆਂ ਉਗਾਉਣ ਲੱਗ ਗਏ ਸੀ, ਆਰਗੈਨਿਕ ਫਾਰਮਿੰਗ ਕਰਨ ਲੱਗ ਗਏ ਸੀ, ਵਾਈਟ ਰੈਵੋਲੂਸ਼ਨ ਮਛਲੀ ਪਾਲਣ ਤੇ ਸ਼ੁਰੂ ਕੀਤਾ। ਲੇਕਿਨ ਉਹਦੇ ਵਿੱਚ ਸਮੇਂ-ਸਮੇਂ ਤੇ ਜਿਹੜੀ ਸਰਕਾਰ ਬਦਲਦੀ ਸੀ ਆਪਣੇ ਕਾਨੂੰਨ ਲਿਆਂਦੀ ਰਹੀ, ਔਰ ਕਿਸਾਨ ਉੱਥੇ ਦਾ ਉੱਥੇ ਹੈ। ਮੈਂ ਅੱਜ ਵੀ ਕਹਿ ਸਕਦਾ ਕਿ ਅਸੀਂ ਦੁੱਗਣੀ ਕਰਨ ਦੀ ਗੱਲ ਕਰਦੇ ਹਾਂ, ਸਰਕਾਰ ਨੂੰ ਕਿਸਾਨ ਨੂੰ ਇਸ ਵੇਲੇ ਲਾਲੇ ਪਏ ਹੋਏ ਹੈ ਕਿ ਜਨਾਬ ਜਿਹੜੀ ਮੇਰੀ ਹੁਣ ਦੀ ਆਮਦਨ ਹੈ ਉਹ ਬਚ ਜਾਏਗੀ। ਤੋ ਇਸ ਵੇਲੇ ਤਾਂ ਅਸੀਂ ਇਹ ਦੇਖਣਾ ਕਿ ਜੀ ਕਿਸਾਨ ਸਰਵਾਈਵ ਕਰ ਸਕਦਾ ਹੈ। ਕੀ ਗਵਰਨਮੈਂਟ ਕੀ ਕਰ ਸਕਦੀ ਹੈ ਕਿ ਕਿਸਾਨ ਨੂੰ ਕੌਨਫੀਡੈਂਸ ਲਵੇ ਕਿ ਜਿਹੜੇ ਸਾਡੇ ਨਵੇਂ ਕਾਨੂੰਨ ਨੇ ਉਹ ਕਿਸਾਨ ਮਾਰੂ ਨਹੀਂ ਹੈਗੇ, ਬਲਕਿ ਕਿਸਾਨ ਫਰੈਂਡਲੀ ਨੇ, ਫਾਰਮਰ ਫਰੈਂਡਲੀ ਨੇ। तो ਜੀ टाइम ही दसेगा, अज असी सिर्फ कंजैक्चर लगा सकते। ਜੀ ਇਹ ਸਿਰਫ ਜਿਹੜਾ ਕਿਸਾਨਾਂ ਦਾ ਪ੍ਰਦਰਸ਼ਨ ਹੈ, ਕਿਸਾਨਾਂ ਦਾ ਜਿਹੜਾ ਰੋਹ ਹੈ, ਇਹ ਪੰਜਾਬ ਹਰਿਆਣਾ ਅਤੇ ਕਹਿ ਲਈਏ ਈਸਟਰਨ ਯੂਪੀ ਦੇ ਵਿੱਚ ਵੱਧ ਨਜ਼ਰ ਆ ਰਿਹਾ। ਇਹਦੇ ਪਿੱਛੇ ਕੀ ਕਾਰਨ ਹੈਗਾ? ਕਿਉਂਕਿ ਅਸੀਂ ਗੱਲ ਦੂਸਰੇ ਸੂਬਿਆਂ ਦੀ ਕਰ ਵੈਸਟਰਨ ਲਈਏ, ਯੂਪੀ ਦੇ ਉੱਥੇ ਥੋੜੀ ਸ਼ਾਂਤੀ ਕਿਉਂ ਨਜ਼ਰ ਆਉਂਦੀ ਹੈ? ਜਿੱਥੇ ਜਿੱਥੇ ਇੱਕ ਦੋ ਚੀਜ਼ਾਂ ਨੇ ਜੀ। ਵੈਸਟਰਨ ਯੂਪੀ ਦੇ ਵਿੱਚ ਜਿਹੜਾ ਹੈ ਏਜੰਟਸ ਹੈਗੇ ਨੇ, ਕੁਝ ਹਿੱਸਾ ਰਾਜਸਥਾਨ ਜਿੱਥੇ ਏਜੰਟਸ ਹੈਗੇ ਨੇ, ਕਮਿਸ਼ਨ ਏਜੰਟਸ। ਪੰਜਾਬ ਔਰ ਹਰਿਆਣਾ ਤੋਂ ਟੋਟਲੀ ਡਿਪੈਂਡੈਂਟ ਹੈ। ਬਾਕੀ ਜਿਹੜੇ ਨੇ ਜਿੱਥੇ ਕਿਤੇ ਸਟੇਟਸ ਹੈਗੀਆਂ, ਲੇਕਿਨ ਪਿਛਲੇ 2 ਦਿਨਾਂ ਦੇ ਵਿੱਚ ਜੇ ਸਿਰਫ ਜੀਂਦ ਦਾ ਕਰਾਊਡ ਹਰਿਆਣੇ 'ਚ ਦੇਖ ਲਈਏ ਤਾਂ ਉਹਨਾਂ ਨੇ ਬੀਜੇਪੀ ਦੇ ਬੰਦਿਆਂ ਨੂੰ ਇਨਕਲੂਡਿੰਗ ਐਮਐਲਏ ਚਪੇੜਾ ਮਾਰੀਆਂ ਨੇ, ਇਹ ਕਹਿ ਕੇ ਕਿ ਜਨਾਬ ਤੁਸੀਂ ਸਿਰਫ ਸਾਨੂੰ ਰੋਲ ਰਹੇ ਹੋ ਤੇ ਅਸੀਂ ਤੁਹਾਨੂੰ ਜੀਣ ਨਹੀਂ ਦਿਆਂਗੇ। ਬਾਕੀ ਸਟੇਟਾਂ ਦੇ ਵਿੱਚ ਜਿਹੜਾ ਹੈ ਉਹ ਤੁਹਾਡਾ ਇੱਕ ਤੇ ਕੰਮ ਕਰ ਰਿਹਾ ਜੀ ਆਈਟੀ ਸੈਲਸ। ਉਹ ਸਾਰਾ ਦਿਨ ਤੁਹਾਨੂੰ ਦੀਪਿਕਾ ਪਾਦੂਕੋਨ ਦਿਖਾਉਂਦੇ ਹੈ, ਤੁਹਾਨੂੰ ਰੀਆ ਚੱਕਰਵਰਤੀ ਦਿਖਾਉਂਦੇ ਹੈ, ਔਰ ਤੁਹਾਨੂੰ ਰਕੁਲਪ੍ਰੀਤ ਸਿੰਘ ਔਰ 2-4 ਐਕਟਰਸ, ਔਰ ਉਹਨਾਂ ਦੇ ਨਾਲ ਇਹਨਾਂ ਸਾਰਿਆਂ ਨੇ ਇੱਕ ਬੋਲੀ ਰੱਖੀ ਹੋਈ ਜੀ। ਉਹ ਬੋਲੀ ਦਾ ਨਾਮ ਹੈ ਕੰਗਨਾ ਰਣੌਤ। ਉਹ ਗੋਲੀ ਦਾ ਇੰਨਾ ਅਸਰ ਹੈ ਕਿ ਇੰਡੀਆ 'ਚ ਕਰੋਨਾ ਵੀ ਖਤਮ ਹੋ ਗਿਆ, ਕਿਸਾਨਾਂ ਦੀ ਪ੍ਰੋਬਲਮ ਖਤਮ ਹੋ ਗਈ। ਉਹ ਗੋਲੀ ਇੰਨੀ ਵਧੀਆ ਹੈ ਕਿ ਉਹ ਗੋਲੀ ਨੇ ਇਸ ਵੇਲੇ ਬਾਕੀ ਸਾਰੇ ਜਿੰਨੇ ਕੋਈ ਹੋਰ ਚੀਜ਼ਾਂ ਨੇ ਇੰਡੀਆ 'ਚ ਉਹ ਇਸ ਵੇਲੇ ਖਤਮ ਹੈ। ਸਿਰਫ ਕੰਗਨਾ ਰਣੌਤ ਦਾ ਘਰ ਦਿਖਦਾ ਤੇ ਉਹਦੀ ਰੋਜ਼ ਦੀ ਸਟੇਕ, ਤੇ ਬਾਕੀ ਸਾਨੂੰ ਡਰੱਗਸ ਦਿਖ ਰਹੀਆਂ, ਉਹ ਡਰੱਗਸ ਦੇ ਵਿੱਚ ਵੀ ਸਿਰਫ ਲੇਡੀਜ਼ ਦਿਖਾਈ ਦੇ ਰਹੀਆਂ। ਬੜੀ ਇੰਟਰਸਟਿੰਗ ਗੱਲ ਹੈ ਕਿ ਜਿਹੜੇ ਮੇਨ ਮੁੱਦੇ ਹੈ ਉਹਨਾਂ ਤੋਂ ਭਟਕ ਕੇ ਅਸੀਂ ਬੜੇ ਤਰੀਕੇ ਨਾਲ ਜਿਹੜੀ ਹਾਈਲਾਈਟ ਹੈ ਉਹ ਕਿਸੇ ਹੋਰ ਪਾਸੇ ਜਾ ਰਹੀ ਹੈ। ਜੇ ਪਿਛਲੇ 3 ਦਿਨਾਂ ਦਾ ਅੰਬਾਲਾ, ਜੀਂਦ, ਕਰਨਾਲ ਔਰ ਪੰਜਾਬ ਦੇ ਪਟਿਆਲਾ, ਸੰਗਰੂਰ, ਬਰਨਾਲਾ ਔਰ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਰੈਲੀਆਂ ਹੋਈਆਂ, ਇਨਕਲੂਡਿੰਗ ਜਲੰਧਰ ਐਂਡ ਬਰਨਾਲਾ, ਇਹਨਾਂ ਨੂੰ ਸਿਰਫ ਦਿਖਾ ਦਈਏ ਤੇ ਅੱਜ ਮੁਕਤਸਰ ਦੇ ਵਿੱਚ ਜੋ ਹੋਇਆ ਜੀ, ਇਹ ਸਾਰਾ ਕੁਝ ਜਿਹੜਾ ਹੈ ਇਟ ਮੇਕਸ ਬਿਗ ਨਿਊਜ਼। ਲੇਕਿਨ ਨਿਊਜ਼ ਸਾਰੀ ਰੀਆ ਪਿੱਲੇ ਨੂੰ, ਰੀਆ ਚੱਕਰਵਰਤੀ ਨੂੰ ਜਨਾਬ ਬੇਲ ਮਿਲੀ ਕਿ ਨਹੀਂ ਮਿਲੀ, ਖਬਰਾਂ ਉਸ ਪਾਸੇ ਤੁਰੀਆਂ ਹੋਈਆਂ। ਖਬਰਾਂ ਜੇ ਅਸੀਂ ਪੰਜਾਬ ਦੇ ਜਾਂ ਹਰਿਆਣਾ ਦੇ ਜਾਂ ਕਿਸਾਨਾਂ ਦੀ ਗੱਲ ਕਰੀਏ ਉਧਰ ਘੱਟ ਹੈ। ਸਰਕਾਰ ਆਪਣੇ ਕਹਿ ਲਈ ਅੱਡਾ ਲਾ ਕੇ ਬੈਠੀ ਹੈ, ਕਿਸਾਨ ਆਪਣਾ ਧਰਨਾ ਲਾ ਕੇ ਬੈਠੇ ਨੇ। ਵਿੱਚ ਵਿਚਾਲੇ ਕਿੱਥੇ ਮੁੱਦਾ ਸੁਲਝਦਾ ਹੋਇਆ ਨਜ਼ਰ ਆਉਂਦਾ ਹੈ ਜਾਂ ਸਿਰਫ ਤੇ ਸਿਰਫ ਕਾਨੂੰਨੀ ਰਸਤਾ ਬਾਕੀ ਬਚ ਜਾਂਦਾ ਹੈ ਉਹਨਾਂ ਕਿਸਾਨਾਂ ਦੇ ਲਈ ਜਿਹਨਾਂ ਨੂੰ ਆਸ ਤਾਂ ਪਹਿਲਾਂ ਹੀ ਨਹੀਂ ਹੈ। ਜਿਵੇਂ ਤੁਸੀਂ ਦੱਸਿਆ 10-15 ਸਾਲ ਕੇਸ ਲਟਕ ਜਾਂਦੇ ਨੇ, ਕਈ ਅਸੀਂ ਰੈਫਰੈਂਸਿਸ ਪਿਛਲੇ ਕੇਸਿਸ ਦੇ ਵੀ ਦੇ ਰਹੇ ਹਾਂ। ਉੱਥੇ ਕੀ ਆ ਕੇ ਬਚਦਾ ਕਿਸਾਨਾਂ ਦੇ ਹੱਥ ਦੇ ਵਿੱਚ? ਸਾਨੂੰ ਇੱਕ ਟਾਈਮ ਤੇ ਲੱਗਦਾ ਸੀ ਕਿ ਸ਼ਾਇਦ ਰਾਜ ਸਭਾ 'ਚ ਜਿਸ ਤਰ੍ਹਾਂ ਦੀ ਪਲੈਨਿੰਗ ਸੀ ਵੀ ਕਿਸੇ ਸਿਲੈਕਟ ਕਮੇਟੀ ਨੂੰ ਇਹ ਬਿੱਲ ਭੇਜ ਦਿੱਤੇ ਜਾਣ ਔਰ ਥੋੜੀ ਦੇਰ ਲਈ ਉੱਤੇ ਚਰਚਾ ਹੋ ਜਾਏ। ਕੁਝ ਚੀਜ਼ਾਂ ਤੁਸੀਂ ਕਿਸਾਨਾਂ ਨੂੰ ਥੋੜੀ ਜੀ ਸ਼ੋਰਟੀ ਹੋਰ ਦੇ ਦਿਓ ਕਿ ਜਨਾਬ ਤੁਹਾਡਾ ਹੱਕ ਨਹੀਂ ਮਾਰਿਆ ਜਾਏਗਾ। ਉਹ ਨਹੀਂ ਹੋਇਆ। ਹੁਣ ਇਸ ਵੇਲੇ ਪ੍ਰੈਜ਼ੀਡੈਂਟ ਇੱਕ ਵਾਰੀ ਤੇ ਵਾਪਸ ਭੇਜ ਸਕਦਾ, ਲੇਕਿਨ ਕਮ ਸੇ ਕਮ ਜਿਹੜੇ
ਪ੍ਰਧਾਨ ਸਾਡੇ ਪ੍ਰੈਜ਼ੀਡੈਂਟ ਇਸ ਵੇਲੇ ਰਾਸ਼ਟਰਪਤੀ ਸਾਹਿਬ ਨੇ, ਅਸੀਂ ਤੇ ਉਹਨਾਂ ਤੋਂ ਐਕਸਪੈਕਟ ਨਹੀਂ ਕਰਦੇ ਕਿ ਉਹ ਕੋਈ ਵੀ ਚੀਜ਼ ਇਸ ਸਰਕਾਰ ਨੂੰ ਵਾਪਸ ਭੇਜਣਗੇ। ਉਹ 14 ਦਿਨਾਂ ਬਾਅਦ ਫਿਰ ਵਾਪਸ ਆਏਗੀ, ਉਹਨਾਂ ਨੂੰ ਸਾਈਨ ਕਰਨੇ ਪੈਣਗੇ। ਮੈਨੂੰ ਨਹੀਂ ਲੱਗਦਾ ਕਿ ਉਹ ਆਪੋਜੀਸ਼ਨ ਦੇ ਕਹਿਣ ਤੇ ਇਸ ਬਿੱਲ ਨੂੰ ਥੋੜੀ ਦੇਰ ਲਈ ਅੱਗੇ ਪਾ ਸਕਦੇ ਨੇ। ਇਹ ਬਿੱਲ ਐਕਟ ਬਣਨਗੇ ਔਰ ਧਰਨੇ ਲੱਗਣਗੇ, ਲੇਕਿਨ ਸਾਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਫਿਰ 2-4 ਗੱਲਾਂ ਮੰਨ ਕੇ ਤੇ ਉਹਨੂੰ ਸ਼ਾਇਦ ਕੁਝ ਹੋ ਜਾਏ। ਅੱਜ ਤੋਂ 1 ਸਾਲ ਪਹਿਲਾਂ ਯੂਪੀ ਦੇ ਵਿੱਚ, ਹਰਿਆਣਾ ਦੇ ਵਿੱਚ, ਪੰਜਾਬ ਦੇ ਵਿੱਚ ਬਹੁਤ ਵੱਡੀਆਂ ਕਿਸਾਨ ਰੈਲੀ ਸੀ, ਜਿਹੜੀ ਦਿੱਲੀ ਵੱਲ ਕੂਚ ਕਰ ਰਹੀਆਂ ਸੀ। ਉਹ ਯੂਪੀ ਦੇ ਮੈਂ ਜਿੱਥੇ ਰਹਿਣਾ ਉਹ ਗਾਜ਼ੀਆਬਾਦ ਦਾ ਬਾਰਡਰ ਹੈ ਜੀ। ਮੈਂ 2.5 ਤੋਂ 3 ਲੱਖ ਦਾ ਹਜੂਮ ਉਸ ਵੇਲੇ ਲਾਸਟ ਈਅਰ ਕਵਰ ਕੀਤਾ ਔਰ ਪਾਣੀਆਂ ਦੀਆਂ ਬੁਛਾਰਾਂ ਸੀ। ਹੁਣ ਕੱਲ ਦਿੱਲੀ ਦੇ ਵਿੱਚ ਹੋਇਆ, ਦਿੱਲੀ ਵਿੱਚ ਹਾਫ ਹਾਰਟਡ ਸੀ, ਮੀਨਸ ਪੁਲਿਸ ਤਾਂ ਜਿਹੜੀ ਹੈ ਉਹ ਸੈਂਟਰ ਦੀ ਆ, ਉਹਨਾਂ ਨੇ ਚੰਗੇ ਕੁੱਟੇ ਭਜਾ ਦਿੱਤੇ, ਲੇਕਿਨ ਕਿਸਾਨ ਸੀਗੇ, ਉਹਨਾਂ ਦੀ ਰਿਪੋਰਟਿੰਗ 1 ਲਾਈਨ ਦੇ ਵਿੱਚ ਖਤਮ ਹੋ ਗਈ। ਸੋ ਕਿਸਾਨਾਂ ਨੂੰ ਇਹ ਵੀ ਸ਼ਾਇਦ ਧਰਨਾ ਕੰਟੀਨਿਊ ਰੱਖਣ ਤੋਂ ਬਾਅਦ ਕੁਝ 1-2 ਗੱਲਾਂ ਮੰਨ ਕੇ ਉਹਨਾਂ ਨੂੰ ਆਪਣੇ ਵਾਲੇ ਪਾਸੇ ਕਰ ਲਿਆ ਜਾਵੇ, ਜਾਂ ਲੀਡਰਸ ਇਹਨਾਂ ਦੇ ਪਿਛਲੀ ਵਾਰ ਖਰੀਦੇ ਗਏ ਸੀ ਉਹਨਾਂ ਨੂੰ ਦੁਬਾਰਾ ਖਰੀਦਣ ਦੀ ਕੋਸ਼ਿਸ਼ ਕੀਤੀ ਜਾਵੇ। ਜੀ, ਇਹਨਾਂ ਸਾਰੇ ਕਾਨੂੰਨਾਂ ਦਾ ਅਸਰ ਜ਼ਮੀਨੀ ਪੱਧਰ ਦੇ ਉੱਤੇ ਕਦ ਵੇਖਣ ਨੂੰ ਪਾਇਆ ਜਾਏਗਾ? ਕਿਉਂਕਿ ਆਸ ਹਲੇ ਇਹੀ ਲੱਗ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਝੋਨੇ ਦੀ ਤੇ ਕਣਕ ਦੀ ਫਸਲ ਹੋਏਗੀ ਇਹ ਉਸੇ ਤਰੀਕੇ ਦੇ ਨਾਲ ਚੱਲਦੀ ਤਾਂ ਰਹੇਗੀ, ਲੇਕਿਨ ਇਹ ਤੇ ਕਹਿ ਲਈਏ ਆਫਟਰ ਇਫੈਕਟ ਕਦ ਤੱਕ ਨਜ਼ਰ ਆਣਗੇ ਕਿਸਾਨਾਂ ਦੇ ਆਪ ਜੇਬਾਂ ਦੇ ਉੱਤੇ ਉਹਨਾਂ ਦੀ? ਦੇਖੋ, ਅਗਲੀ ਫਸਲ ਤੱਕ ਤੇ ਅਸੀਂ ਕਹਿ ਸਕਦੇ ਹਾਂ ਬਈ ਅਸੀਂ ਇਸ ਵੇਲੇ ਮਾਰਕੀਟ ਦੇ ਵਿੱਚ ਜਿਹੜੀ ਹੈ ਫਸਲ ਦੀ ਵਿਕ ਵਿਕਾਈ ਹੋ ਰਹੀ ਹੈ, ਝੋਨੇ ਦੀ ਹੋ ਰਹੀ ਹੈ, ਉਹ ਚਲਦੀ ਰਹੇਗੀ, ਢਿੱਲੀ ਹੈ ਲੇਕਿਨ ਚੱਲੇਗੀ। ਅਗਲਾ ਦੀ ਵੀ ਤੁਹਾਡੀ ਹਾੜੀ ਦੀ ਫਸਲ ਜਿਹੜੀ ਹੈ ਉਹ ਚੱਲ ਸਕਦੀ ਹੈ, ਲੇਕਿਨ ਅਗਲੇ ਸਾਲ ਤੋਂ ਚਾਹੇਗੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਜਲਦੀ ਤੋਂ ਜਲਦੀ ਰੱਖੀਏ, ਕਿਉਂਕਿ ਇਹਨਾਂ ਦੇ ਵਿੱਚ ਵੀ ਅਡਾਨੀ ਸਾਹਿਬ ਬਹੁਤ ਅੱਗੇ ਨੇ ਜੀ। ਤੁਸੀਂ ਅੱਜ ਤੋਂ 5-7 ਸਾਲ 8 ਸਾਲ ਪਹਿਲਾਂ ਅਸੀਂ ਅਡਾਨੀ ਸਾਹਿਬ ਦਾ ਨਾਂ ਨਹੀਂ ਸੀ ਸੁਣਿਆ, ਤੇ ਹੁਣ ਕੋਈ ਚੀਜ਼ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀ ਨਹੀਂ ਹੈਗੀ ਜੋ ਅਡਾਨੀ ਸਾਹਿਬ ਨਹੀਂ ਕਰਦੇ ਹੋਣ। ਉਹ ਫਾਰਮਿੰਗ ਦੇ ਫਾਰਮੂਲੇ ਜਿਹੜੇ ਹੈ ਉਹ ਆਸਟ੍ਰੇਲੀਆ ਤੋਂ ਲਿਆਉਂਦੇ ਨੇ, ਉਹ 2-3 ਕੰਟਰੀਜ਼ ਤੋਂ ਹੋਰ ਲਿਆਉਂਦੇ ਨੇ, ਉਹ ਗਵਰਨਮੈਂਟ ਨੂੰ ਪ੍ਰਪੋਜ਼ ਕਰਦੇ ਹੈ ਔਰ ਉਹੀ ਫਾਰਮੂਲੇ ਅੱਜ ਸਾਡੀ ਸਰਕਾਰ ਨੇ ਲਿਆ ਕੇ ਇਹਨਾਂ ਬਿਲਸ ਦੀ ਸ਼ਕਲ ਦੇ ਵਿੱਚ ਸਾਨੂੰ ਦਿਖਾ ਦਿੱਤੇ ਨੇ। ਬਿਲਕੁਲ ਅਵਿਨਾਸ਼ ਜੀ, ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਤਾਂ ਜਾਰੀ ਹੈ, ਲੇਕਿਨ ਇਸ ਦੇ ਵਿਚਾਲੇ ਹੀ ਹੁਣ ਅਸੀਂ ਪਰਿਵਾਰਾਂ ਦੀ ਵੀ ਉਹਨਾਂ ਦੀ ਗੱਲ ਕਰੀਏ, ਆਰਥਿਕ ਸਮਰੱਥਾ ਕਿੰਨੀ ਕੁ ਹੁੰਦੀ ਹੋਏਗੀ ਇੱਕ ਕਿਸਾਨ ਦੀ ਕਿ ਜੀ ਉਹ ਆਪਣਾ ਘਰ ਚਲਾ ਲੇ ਜਾਂ ਲੋਨ ਦੀਆਂ ਕਿਸ਼ਤਾਂ ਭਰ ਲੇ? ਸਿਰ ਦੇ ਉੱਤੇ ਚੜਿਆ ਹੋਇਆ ਕਰਜ਼ਾ ਤਾਂ ਵੈਸੇ ਹੀ ਮੁੜਨ ਦਾ ਕਦੇ ਨਾਮ ਨਹੀਂ ਲੈਂਦਾ, ਤੇ ਅਜਿਹੇ ਕਾਨੂੰਨ ਦੁੱਗਣੀ ਮਾਰ ਕਿਸਾਨ ਦੇ ਉੱਤੇ ਮਾਰ ਤਾਂ ਰਹੇ ਨੇ, ਲੇਕਿਨ ਕਿਸਾਨ ਦਾ ਪੁੱਤ ਅੱਗੇ ਕਿਸਾਨ ਨਹੀਂ ਬਣਨਾ ਚਾਹ ਰਿਹਾ। ਇਸ ਦੇ ਉੱਤੇ ਜ਼ੋਰ ਪਾਉਣ ਦੀ ਲੋੜ ਹੈ ਜਾਂ ਨਹੀਂ? ਬਹੁਤ ਸਿੱਧਾ ਜੀ, ਪਿਛਲੇ ਅਸੀਂ 15 ਸਾਲ ਦਾ ਦੇਖ ਲਈਏ, ਕਿਸਾਨ ਦਾ ਮੁੰਡਾ ਇਹ ਕਹਿੰਦਾ, ਜਨਾਬ ਕਹਿੰਦਾ ਤੂੰ ਗੱਡੀ ਲਈ ਫਿਰਦਾ, ਕਹਿੰਦਾ ਜਨਾਬ ਮੈਂ ਪਿਓ ਦਾਦੇ ਦੀ ਜ਼ਮੀਨ ਵੇਚੀ, ਜੋ ਕੰਮ ਮੇਰੇ ਪਿਓ ਦਾਦਾ ਨਹੀਂ ਕਰ ਸਕੇ ਮੈਂ ਕਰ ਲਿਆ, ਗੱਡੀ ਚਲਾ ਲਈ, ਉਹ ਵੀ ਜਿਹੜੀ ਹੈ ਚੰਗੀ ਤੋਂ ਚੰਗੀ ਗੱਡੀ ਚਲਾ ਲਈ। ਦੇਖੋ SUV ਲਿਆਇਆ, ਮੇਰੇ ਦਾਦਾ ਪੜਦਾਦਾ ਤਾਂ ਸੜਕਾਂ ਤੇ ਹੀ ਰੁਲਦੇ ਰਹੇ ਆ। ਸੋ ਕਿਸਾਨ ਦਾ ਬੇਟਾ ਆਪਣੀ ਜ਼ਮੀਨ ਵੇਚ ਕੇ ਉਹ ਕਹਿੰਦਾ ਵੀ ਕਿਸੇ ਹੋਰ ਪਾਸੇ ਲੱਗ ਜਾਈਏ, ਕੈਨੇਡਾ ਚਲੇ ਜਾਈਏ। UK ਦਾ ਥੋੜਾ ਜਿਹਾ ਘਟ ਗਿਆ, ਲੇਕਿਨ ਹਜੇ ਵੀ ਉਹਨਾਂ ਨੂੰ UK ਜਾਣਾ ਹੁੰਦਾ ਹੈ ਜੇ ਕਿਸੇ ਤਰ੍ਹਾਂ ਮੌਕਾ ਮਿਲ ਜੇ। UK ਨਹੀਂ UK ਜਾਣਾ ਹੁੰਦਾ ਉਹਨਾਂ ਨੇ। ਕੈਨੇਡਾ ਵਾਲੇ ਸਾਰੇ ਤੁਰੇ ਹੋਏ ਨੇ, ਬਾਕੀ ਆਸਟ੍ਰੇਲੀਆ ਵਾਲਾ, ਨਵਾਂ ਟ੍ਰੈਂਡ ਨਿਊਜ਼ੀਲੈਂਡ ਵਾਲਾ ਸੀ। ਯੰਗਸਟਰ ਜਿਹੜਾ ਹੈ ਉਹ ਸਾਡਾ ਬਾਹਰ ਜਾਣ ਨੂੰ ਪੂਰਾ ਤਿਆਰ ਹੈ। ਮੈਂ ਸਕੂਲਾਂ ਜਾਂ ਕਾਲਜਸ ਦੇ ਵਿੱਚ ਜਾਣਾ, 66% ਬੱਚੇ ਹੱਥ ਖੜਾ ਕਰਕੇ ਕਹਿੰਦੇ ਹੈ ਕਿ ਆਫਟਰ 12th ਅਸੀਂ ਇੰਡੀਆ ਤੋਂ ਬਾਹਰ ਜਾਣਾ ਚਾਹੁੰਦੇ। ਕਰੋਨਾ ਵੇਲੇ ਵੀ, ਹੁਣ ਵੀ, ਅੱਜ ਵੀ ਉਹ ਜਿਹੜਾ ਹੈ 50-55% ਬੱਚੇ ਬਾਹਰ ਜਾਣ ਨੂੰ ਤਿਆਰ ਹੈ। ਕਿਸਾਨ ਜਿਹੜਾ ਹੈ ਇਸ ਵੇਲੇ ਦੋਹਰੀ ਮਾਰ, ਤੁਸੀਂ ਬਹੁਤ ਠੀਕ ਕਿਹਾ, ਕਿਸਾਨਾਂ ਲਈ ਮਾਰ ਜਿਹੜੀ ਹੈ, ਘਰ 'ਚ ਪੈਸਾ ਨਹੀਂ, ਕਮਿਸ਼ਨ ਏਜੰਟ ਤੋਂ ਪਹਿਲਾਂ ਕਰਜ਼ੇ ਚੁੱਕੇ ਹੋਏ ਨੇ,
ਉਹਨਾਂ ਚੋਂ ਫਿਰ ਜਿਹੜਾ ਛੋਟਾ ਕਿਸਾਨ ਹੈ ਉਹਨੂੰ ਫਾਇਲ ਲਾਉਣ ਤੋਂ ਇਲਾਵਾ ਕੋਈ ਹੋਰ ਬਾਕੀ ਰਸਤਾ ਨਹੀਂ ਬਚਦਾ, ਜਾਂ ਫਿਰ ਉਹ ਇਸੇ ਲਈ ਉਹ ਚਿੱਟਿਆਂ ਵੱਲ ਦੌੜਦੇ, ਇਸੇ ਲਈ ਜਾਂ ਨਸ਼ਿਆਂ ਵੱਲ ਦੌੜਦੇ, ਜਾਂ ਉਹਨਾਂ ਲਈ ਸੁਸਾਈਡ ਨੇ। ਹਾਲਾਂਕਿ ਅਸੀਂ ਬਹੁਤ ਸਾਰੀਆਂ, ਪੰਜਾਬ ਖੇਡਾਂ 'ਚ ਬਹੁਤ ਅੱਗੇ ਸੀ, ਪੰਜਾਬ ਖੇਤੀਬਾੜੀ 'ਚ ਬਹੁਤ ਅੱਗੇ ਸੀ, ਇਸ ਵੇਲੇ ਪੰਜਾਬ ਟੋਟਲ ਪਿਛੜਿਆ ਹੋਇਆ ਹੈ। ਔਰ ਉਹਦੇ ਵਿੱਚ ਨਵਾਂ ਜਿਹੜਾ ਦੁਬਾਰਾ ਸ਼ੁਰੂ ਹੋਇਆ, ਅਸੀਂ ਇੱਕ ਲਹਿਰ ਪਹਿਲੇ 80s ਦੇ ਵਿੱਚ ਦੇਖੀ, ਬਹੁਤ 70s ਐਂਡ 80s ਜੀ ਬਹੁਤ ਮਾੜਾ ਸਮਾਂ ਪੰਜਾਬ ਨੇ ਕੱਢਿਆ। ਉਹ ਸਮਾਂ ਆਉਣ ਲਈ ਦੁਬਾਰਾ ਸਾਨੂੰ ਜਿਹੜੀਆਂ ਇਲਾਮਤਾਂ ਮਿਲ ਰਹੀਆਂ, ਟਾਈਮ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਤੰਗ ਨਾ ਕੀਤਾ ਜਾਏ, ਪੰਜਾਬ ਦੇ ਲੋਕਾਂ ਨੂੰ ਤੰਗ ਨਾ ਕੀਤਾ ਜਾਏ। ਕਿਸੇ ਵੇਲੇ ਪੰਜਾਬ ਦੇ ਵਿੱਚ ਤੇ ਸੈਂਟਰ ਵਿੱਚ ਇੱਕੋ ਜਿਹੀ ਸਰਕਾਰ ਹੋ ਜਾਏ ਤਾਂ ਕਿ ਥੋੜਾ ਜਿਹਾ ਪੰਜਾਬ ਦਾ ਭਲਾ ਹੋ ਸਕੇ। ਖੇਤੀਬਾੜੀ ਯੂਨੀਵਰਸਿਟੀਜ਼ ਦੀ ਜੋ ਜ਼ਿੰਮੇਵਾਰੀ ਸੀ, ਤੁਹਾਨੂੰ ਲੱਗਦਾ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮੇਂ ਸਿਰ ਅਤੇ ਸਹੀ ਤਰੀਕੇ ਦੇ ਨਾਲ ਨਿਭਾਈ? ਕਿਉਂਕਿ ਉਹ ਯੂਨੀਵਰਸਿਟੀਜ਼ ਵੀ ਕਿਸੇ ਤਰੀਕੇ ਦੇ ਨਾਲ ਹਰ ਸਮੇਂ ਕੇਂਦਰ ਦੇ ਅਧੀਨ ਹੀ ਰਹੀਆਂ ਨੇ। ਡਾਕਟਰ ਐਸ ਸੰਧੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ, ਡਾਕਟਰ ਨਵਨੀਤ ਕੌਰ ਜਿਹੜੇ ਨੇ ਇਸ ਵੇਲੇ ਉਹ ਉੱਤਰਾਖੰਡ ਦੇ ਵਿੱਚ ਪੰਥਨਗਰ ਦੇ ਵਿੱਚ ਜਿਹੜੀ ਯੂਨੀਵਰਸਿਟੀ ਹੈ, ਜੇ ਮੈਂ ਉਹਨਾਂ ਦੀ ਤੁਹਾਨੂੰ ਰਿਪੋਰਟਸ ਦਿਖਾਵਾਂ, ਉਹਨਾਂ ਨੇ ਬਹੁਤ ਜ਼ੋਰ ਸ਼ੋਰ ਨਾਲ ਇਹਨਾਂ ਬਿਲਸ ਦਾ ਵਿਰੋਧ ਕੀਤਾ ਔਰ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀਜ਼ ਨੇ ਜੋ ਤੁਹਾਨੂੰ ਸੁਜੈਸਟ ਕੀਤਾ ਸੀ, ਔਰ ਸਵਾਮੀਨਾਥਨ ਦੀ ਰਿਪੋਰਟ ਅੱਜ ਵੀ ਇਨ ਟੋਟੋ ਜਿਸ ਤਰ੍ਹਾਂ ਦੀ ਪਈ ਹੈ, ਜਿਹੜੀਆਂ ਡਾਈਵਰਸਿਫਿਕੇਸ਼ਨ ਦੀਆਂ ਗੱਲਾਂ ਅਸੀਂ ਕਰਦੇ ਸੀ ਉਧਰ ਨਹੀਂ ਹੋਏ। ਬਹੁਤਾ ਅਸੀਂ ਆਪਣੀਆਂ ਖਾਦਾਂ ਵੇਚਣ ਲੱਗੇ ਸੀ, ਯੂਰੀਆ ਵੇਚਣ ਲੱਗੇ ਸੀ। ਸਾਨੂੰ ਪਤਾ ਹੈ ਜੀ, ਬਠਿੰਡੇ ਵਰਗਾ ਡਿਸਟ੍ਰਿਕਟ, ਇੱਕ ਡਿਸਟ੍ਰਿਕਟ ਦਾ ਪੂਰਾ ਏਰੀਆ ਜਿਹੜਾ ਹੈ, ਉਹ ਜਿਹੜੀ ਜ਼ਮੀਨ ਸੀ ਉਹ ਜ਼ਹਿਰੀਲੀ ਹੋਈ ਓਵਰ ਯੂਜ਼ ਆਫ ਜਿਹੜੀਆਂ ਰਸਾਇਣਿਕ ਖਾਦਾਂ ਨੇ, ਉਹ ਸਾਰਾ ਕੁਝ ਚੱਲ ਰਿਹਾ। ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀਜ਼ ਬਾਰੇ ਤੁਸੀਂ ਪੁੱਛਿਆ, ਉੱਥੇ ਵੀ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਸਭ ਤੋਂ ਵੱਡਾ ਇਹ ਹੈ ਕਿ ਪ੍ਰੋ ਐਂਡ ਐਂਟੀ ਗਵਰਨਮੈਂਟ ਲੌਬੀਜ਼ ਬਣ ਗਈਆਂ ਨੇ। ਉਹ ਆਪਸ ਦੇ ਵਿੱਚ ਮੇਰੀ ਪ੍ਰਮੋਸ਼ਨ ਨਹੀਂ ਹੋਈ, ਸਾਹਮਣੇ ਵਾਲੇ ਦੀ ਕਿਉਂ ਹੋ ਗਈ, ਔਰ ਉਹ ਪ੍ਰਮੋਸ਼ਨਸ ਹੋ ਰਹੀਆਂ ਤੁਹਾਡੀਆਂ ਪੋਲੀਟੀਕਲ ਅਲਾਈਅੰਸਿਸ ਦੇ ਕਾਰਨ। ਯੂਨੀਵਰਸਿਟੀ ਵੀ ਅਸੀਂ ਜਿਹੜਾ ਹੈ ਪੋਲਿਟਿਕਸ ਦਾ ਅਖਾੜਾ ਬਣਾ ਲਿਆ। ਬੀਤੇ ਦਿਨਾਂ ਦੇ ਵਿੱਚ ਇਹ ਵੀ ਗੱਲ ਸਾਹਮਣੇ ਨਜ਼ਰ ਆਈ ਹੈ ਕਿ ਜੀ ਕੇਂਦਰ ਕਿਸੇ ਵੀ ਤਰੀਕੇ ਦੇ ਨਾਲ ਸਟੇਟ ਦੇ ਮਸਲਿਆਂ ਦੇ ਵਿੱਚ ਦਖਲ ਨਹੀਂ ਦੇ ਸਕਦਾ, ਅਤੇ ਇਹ ਐਗਰੀਕਲਚਰ ਖੇਤੀਬਾੜੀ ਖਿੱਤਾ ਇਹ ਸਟੇਟ ਦਾ ਮਸਲਾ ਹੈਗਾ। ਸਟੇਟ ਦੇ ਨਾਲ ਉਸ ਦੀ ਰਜ਼ਾਮੰਦੀ ਦੇ ਨਾਲ ਕੇਂਦਰ ਨੂੰ ਤੁਰਨਾ ਪਏਗਾ, ਲੇਕਿਨ ਹੁੰਦਾ ਹੋਇਆ ਅਜਿਹਾ ਨਜ਼ਰ ਨਹੀਂ ਆ ਰਿਹਾ। ਆਮ ਤੌਰ ਦੇ ਉੱਤੇ ਵੇਖੀਦਾ ਕਿ ਜੋ ਸੱਤਾ ਧਿਰ ਹੈ ਉਹ ਹਰ ਕਾਰਜ, ਹਰ ਸੇਵਾਵਾਂ ਆਪਣੇ ਦੇਸ਼ ਦੇ, ਆਪਣੇ ਸੂਬੇ ਦੇ ਲੋਕਾਂ ਦੇ ਹਿੱਤ ਦੇ ਵਿੱਚ ਹੀ ਲੈ ਕੇ ਆਉਂਦੀ ਹੈ, ਲੇਕਿਨ ਜਿਸ ਵੇਲੇ ਉਹ ਵਿਪਕਸ਼ ਦੇ ਵਿੱਚ ਚਲ ਜਾਂਦੀ ਹੈ, ਵਿਰੋਧੀ ਬਣ ਕੇ ਉਹ ਉਸੇ ਚੀਜ਼ ਦਾ ਕਹਿ ਲਈਏ ਵਿਰੋਧ ਕਰਦੇ ਨੇ। ਤੇ ਇਸੇ ਤਰੀਕੇ ਦੇ ਨਾਲ ਇਹ ਸਮਾਂ ਲੰਘਦਾ ਜਾਏਗਾ। ਸਾਲ 2022 ਤੋਂ ਬਾਅਦ ਵੀ ਫਰਕ ਨਾ ਦੇ ਬਰਾਬਰ ਹੀ ਨਜ਼ਰ ਆਣਾ। ਬਿਲਕੁਲ ਠੀਕ ਹੈ, ਮੈਂ ਤੁਹਾਡੇ ਨਾਲ ਸਹੀ ਕਰਦਾ। ਦੁਨੀਆ ਭਰ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ, ਅਸੀਂ ਉਹਨਾਂ ਨੂੰ ਵੈਲਫੇਅਰ ਗਵਰਨਮੈਂਟ ਕਹਿੰਦੇ ਹਾਂ। ਇੰਡੀਆ ਦੇ ਵਿੱਚ ਅਸੀਂ ਕਹਿੰਦੇ ਹਾਂ ਡੈਮੋਕ੍ਰੇਸੀ, ਮੈਂ ਕਹਿੰਦਾ ਸੂਡੋ ਡੈਮੋਕ੍ਰੇਸੀ ਹੈ। ਅਸੀਂ ਵੈਲਫੇਅਰ ਦੀ ਗੱਲ ਨਹੀਂ ਕਰਦੇ। ਵੈਲਫੇਅਰ ਹੈ ਜੇ ਕੈਨੇਡਾ ਦੇ ਵਿੱਚ ਹੋ, ਤੁਸੀਂ ਯੂਕੇ ਦੇ ਵਿੱਚ ਹੋ, ਤੁਸੀਂ ਕਿਸੇ ਹੋਰ ਯੂਰਪੀਅਨ ਕੰਟਰੀ ਦੇ ਵਿੱਚ ਹੋ, ਤੁਹਾਨੂੰ ਬਹੁਤ ਸਿੱਧਾ ਹੈ ਕਿ ਤੁਹਾਡੇ ਘਰ 'ਚ ਕੋਈ ਬਜ਼ੁਰਗ ਹੈ, ਤੁਹਾਡੇ ਘਰ 'ਚ ਕੋਈ ਬੱਚਾ ਜਿਹਦੇ ਕੋਲ ਜੌਬ ਨਹੀਂ ਹੈ, ਉਹਨੂੰ ਪੱਤਾ ਮਿਲੇਗਾ। ਕਿ ਅਸੀਂ ਇੰਡੀਆ 'ਚ ਪੱਤੇ ਮਿਲਦੇ ਹੈ, ਉਹ 500 ਰੁਪਏ ਦਾ ਜਿਹੜਾ ਮਹੀਨੇ ਦਾ ਚੈੱਕ ਹੁੰਦਾ, ਉਹ ਲੈਣ ਲਈ ਬੰਦੇ ਬੈਂਕ ਦੇ ਬਾਹਰ ਲਾਈਨ ਲਗਾ ਕੇ ਖੜੇ ਹੁੰਦੇ ਆ। ਲੇਕਿਨ ਇੱਕ ਮਿਡਲ ਕਲਾਸ ਇੰਡੀਆ ਦੇ ਵਿੱਚ, ਮੈਂ ਫਾਰਮਰ ਨੂੰ ਵੀ ਮਿਡਲ ਕਲਾਸ ਦੇ ਵਿੱਚ ਗਿਣਾਂਗਾ, ਜੇ ਅਸੀਂ ਕਹੀਏ ਕਿ ਇਹਨਾਂ ਲਈ ਅਸੀਂ ਕੁਝ ਜੈਨੂਇਨ ਕੰਮ ਕੀਤਾ ਤਾਂ ਉਹ ਨਹੀਂ ਹੈ। ਇਸ ਵੇਲੇ ਸਟੇਟਾਂ ਤੇ ਬਹੁਤ ਸਿੱਧੀ ਸੱਟ ਮਾਰੀ ਹੈ ਜਿਹੜੀ ਵੀ ਰੂਲਿੰਗ ਪਾਰਟੀ ਹੈ। ਇਲੈਕਸ਼ਨ ਜਿਹੜੀਆਂ ਨੇ ਬਿਹਾਰ ਦੇ ਵਿੱਚ ਹੈ, ਬਿਹਾਰ ਦੇ ਵਿੱਚ ਕਮਿਸ਼ਨ ਏਜੰਟਸ ਵਾਲਾ ਕੋਈ ਕੰਮ ਨਹੀਂ ਹੈ, ਲੇਕਿਨ ਕਿਸਾਨ ਉੱਥੇ ਵੀ ਛੋਟਾ ਹੈ, ਉਹਨਾਂ ਨੇ ਵੀ ਮੁਜ਼ਾਹਰੇ ਕੀਤੇ ਨੇ। ਇਟ ਹੈਜ਼ ਨਾਟ ਬੀਨ ਰਿਪੋਰਟਡ। ਕਿਸਾਨ ਜਿਹੜਾ ਹੈ ਉਹ ਆਪਣੀ ਗੱਲ ਕਰਨੀ ਚਾਹੁੰਦਾ ਹੈ, ਮੀਡੀਆ ਸਪੋਰਟ ਨਹੀਂ ਹੈਗੀ। ਦੂਸਰੇ ਪਾਸੇ ਹੈ ਸੈਂਟਰ ਨੇ ਜਿਹੜੀ ਗੇਮ ਖੇਲੀ ਹੈ, ਉਹਦੇ ਵਿੱਚ ਸਟੇਟਾਂ ਤੋਂ ਬਹੁਤ ਕੁਝ ਲੈ ਲਿਆ ਹੈ। ਇਹ ਸਾਰਾ ਕੁਝ ਜਿਹੜਾ ਹੈ, ਜਦੋਂ ਅਸੀਂ ਕਮਿਸ਼ਨ ਏਜੰਟ ਨੂੰ ਤੋੜਦੇ ਹਾਂ, ਜਦੋਂ ਅਸੀਂ ਲੋਕਲ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ
ਉਹ ਮੰਡੀ ਦੇ ਥਰੂ ਜਿਹੜੇ ਪੈਸੇ ਆਉਂਦੇ ਆ ਉਹ ਉਹਨਾਂ ਲਈ ਬਹੁਤ ਵੱਡੀ ਸਪੋਰਟ ਹੁੰਦੀ ਹੈ। ਉਹਨਾਂ ਦੀ ਉਹ ਸਪੋਰਟ ਤੋੜਨ ਲਈ ਇਹ ਜਿਹੜੇ ਬਿੱਲ ਨੇ ਇਹ ਬਹੁਤ ਜ਼ਿਆਦਾ ਸੈਂਟਰ ਦੇ ਹਿਤੈਸ਼ੀ ਹੋਣਗੇ, ਨਾ ਕਿ ਸਟੇਟ ਕਾਉਂਸਲ ਦੇ। ਜੀ ਅਵਿਨਾਸ਼ ਸਿੰਘ ਜੀ, ਤੁਹਾਡੇ ਆਪਣੇ ਐਕਸਪੀਰੀਅੰਸ ਮੁਤਾਬਕ ਜੋ ਤੁਸੀਂ ਹੁਣ ਵਿਚਰੇ ਆਮ ਜਨਤਾ ਦੇ ਵਿੱਚ, ਤੁਹਾਡੇ ਆਪਣੇ ਪ੍ਰੋਫੈਸ਼ਨ ਦੇ ਵਿੱਚ, ਤਾਂ ਕਿਸਾਨ ਦੇ ਜੀਵਨ ਪੱਧਰ ਦੇ ਵਿੱਚ ਤੁਸੀਂ ਕੀ ਬਦਲਾਅ ਵੇਖਿਆ ਜਿਸ ਨੂੰ ਸਮਝੀਏ ਕਿ ਹਾਂ ਇਹ ਹੋ ਸਕਦਾ ਸਾਡੀ ਤਰੱਕੀਆਂ ਦੇ ਵਿੱਚੋਂ ਇੱਕ ਹੋਏ, ਇਹ ਪੁਆਇੰਟ ਇੱਕ ਹੋਏ ਕਿ ਹਾਂ ਭਾਰਤ ਨੇ ਇੰਨੇ ਕੁ ਸਾਲਾਂ ਦੇ ਵਿੱਚ ਤਰੱਕੀ ਕੀਤੀ ਜੇਕਰ ਕਿਸਾਨ ਦਾ ਲਿਵਿੰਗ ਸਟਾਈਲ, ਲਾਈਫ ਸਟਾਈਲ ਥੋੜਾ ਉਹ ਬਦਲ ਪਾਇਆ ਆਪਣਾ? ਮੈਂ ਪਹਿਲਾਂ ਘਰ ਤੋਂ ਸ਼ੁਰੂ ਕਰਾਂਗਾ। ਦੋ ਪਾਸੇ ਹੈ, ਜਿਹੜਾ ਤਾਂ ਪ੍ਰੋਗਰੈਸਿਵ ਫਾਰਮਰ ਹੈ ਔਰ ਜਿਹੜਾ ਫਾਰਮਰ ਪਲੈਨਿੰਗ ਨਾਲ ਚੱਲੇ। ਅਸੀਂ ਆਪਣੇ ਇੱਕ ਨੈਫਿਊ ਨੂੰ 8 ਕਿੱਲੇ ਦਿੱਤੇ ਸੀ ਜੀ, ਬਿਲਕੁਲ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ। ਉਹ ਅੱਜ 42 ਏਕੜ ਬਣਾ ਬੈਠਾ ਹੈ ਔਰ ਉਹਨੇ ਵੇਚਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨੂੰ ਅੱਗੋਂ ਰਸਤਾ ਨਹੀਂ ਦਿਖ ਰਿਹਾ। ਏਸੀ ਪ੍ਰੋਗਰੈਸਿਵ ਫਾਰਮਰ ਦੀ ਗੱਲ। ਜੋ ਪ੍ਰੋਜੈਕਟ ਮੈਂ ਘਾਨਾ ਦੇ ਵਿੱਚ ਸ਼ੁਰੂ ਕੀਤੇ ਸੀ, ਉਸਨੇ ਘਾਨਾ ਦੇ ਵਿੱਚ ਜਾ ਕੇ ਬਲੌਕ ਫਾਰਮਿੰਗ, ਬੁਰਕੀਨਾ ਫਾਸੋ ਦੇ ਵਿੱਚ, ਸੈਨੇਗਲ ਦੇ ਵਿੱਚ, ਦਾ ਗਾਂਬੀਆ, ਇੱਕ ਜ਼ਾਂਬੀਆ ਥੱਲੇ ਹੈ, ਗਾਂਬੀਆ ਵੈਸਟ ਅਫਰੀਕਾ ਦੇ ਵਿੱਚ ਹੈ, ਉੱਥੇ ਜਾ ਕੇ ਅਸੀਂ ਬਲੌਕ ਫਾਰਮਿੰਗ ਕੀਤੀ ਹੈ। ਬਹੁਤ ਮਾਡਰਨ ਫਾਰਮਿੰਗ ਹੁੰਦੀ ਸੀ। ਉਹ ਅੱਜ ਵੀ ਚੰਡੀਗੜ੍ਹ ਦੇ ਰਾਜਿੰਦਰ ਸਿੰਘ ਸਰਨ ਨੇ, ਜਿਹੜੇ ਬਹੁਤ ਵੱਡੇ ਲੈਵਲ ਤੇ ਕਰ ਰਹੇ ਨੇ। ਸਾਡੇ ਇੱਕ IAS ਆਫਿਸਰ ਨੇ ਜਿਹੜੇ ਤਨਜ਼ਾਨੀਆ ਦੇ ਵਿੱਚ ਕਰ ਰਹੇ ਨੇ, ਉੱਥੇ ਕਾਮਯਾਬ ਹੈ। ਪ੍ਰੋਗਰੈਸਿਵ ਫਾਰਮਿੰਗ ਜਾਂ ਅੱਜ ਕਿਸ ਤਰ੍ਹਾਂ ਤੁਸੀਂ ਪਾਣੀ ਦੇਣਾ ਹੈ, ਕਿੰਨੇ ਦਿਨਾਂ ਬਾਅਦ ਦੇਣਾ ਹੈ, ਕਿੰਨੀ ਤੁਸੀਂ ਖਾਦ ਯੂਜ਼ ਕਰਨੀ ਹੈ, ਆਰਗੈਨਿਕ ਬੀਜ ਅੱਗੇ ਲਈ ਕਿਸ ਤਰ੍ਹਾਂ ਤਿਆਰ ਕਰਨਾ ਹੈ, ਇਹ ਸਾਰੀ ਕੁਝ ਪਲੈਨਿੰਗ ਜਿਹੜੀ ਹੈ ਅਸੀਂ ਤਾਂ ਹੁਣ ਸਾਰਾ ਕੁਝ ਏਜੰਟਸ ਤੇ ਛੱਡ ਦਿੱਤਾ। ਅਸੀਂ ਆਪਣੇ ਬੀਜ ਵੀ ਆਪਣੇ ਲਈ ਤਿਆਰ ਨਹੀਂ ਕਰਦੇ, ਰੱਖਦੇ ਨਹੀਂ। ਉਹਦੇ ਨਾਲ ਇਹ ਹੈ ਕਿ ਮੈਂ ਕਹਿੰਦਾ ਫਾਰਮਿੰਗ ਜਿਹੜੀ ਸਾਇੰਟੀਫਿਕ ਫਾਰਮਿੰਗ ਸੀ ਉਹ ਇੰਡੀਆ ਦੇ ਵਿੱਚ ਨਹੀਂ ਹੋ ਰਹੀ। ਫਾਰਮਰ ਜਿਹੜਾ ਹੈ ਉਹ ਬਿਲਕੁਲ, ਤੁਹਾਡੀ ਗੱਲ ਹੈ ਕਿ ਪੁਰਾਣੇ ਤਰੀਕੇ ਨਾਲ ਚੱਲ ਰਿਹਾ ਔਰ ਹਜੇ ਵੀ 2 ਫਸਲਾਂ ਤੇ ਲੱਗਾ ਹੋਇਆ। ਉਹਦੇ ਵਿੱਚ ਸਾਨੂੰ ਉਹਨਾਂ ਨੂੰ ਫਾਇਦਾ ਇਹ ਲੱਗਦਾ ਔਰ ਬਾਕੀ ਫਾਇਦਾ ਉਹ ਸਬਸਿਡੀਜ਼ ਵੱਲ ਅੱਜ ਵੀ ਦੇਖਦਾ। ਲੇਕਿਨ ਇੱਕ ਪ੍ਰੋਗਰੈਸਿਵ ਫਾਰਮਿੰਗ ਦੀ ਜਿਹੜੀ ਜ਼ਰੂਰਤ ਸੀ, ਉਹ ਜ਼ਰੂਰਤ ਅੱਜ ਦੀ ਡੇਟ ਦੇ ਵਿੱਚ ਮੈਂ ਦੇਖ ਸਕਦਾ ਕਿ ਬਹੁਤ ਜ਼ਿਆਦਾ ਲੋਕਾਂ ਨੇ ਫਾਰਮਿੰਗ ਤੋਂ ਨਹੀਂ ਕਮਾਇਆ। ਬਿਲਕੁਲ ਅਵਿਨਾਸ਼ ਜੀ, ਧੰਨਵਾਦ ਤੁਹਾਡਾ। ਤੁਸੀਂ ਆਪਣਾ ਸਮਾਂ ਦਿੱਤਾ, ਆਪਣੇ ਵਿਚਾਰ ਸੰਗਤਾਂ ਦੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਜੀ। ਦਰਸ਼ਕਾਂ ਨੂੰ ਅਸੀਂ ਲਗਾਤਾਰ ਇਹੀ ਦੱਸ ਰਹੇ ਹਾਂ ਕਿ ਜਿਸ ਸਿੱਟੇ ਦੇ ਉੱਤੇ, ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਇਸ ਵੇਲੇ ਇਹ ਸਭ ਕੁਝ ਚੱਲ ਰਿਹਾ, ਵਿਦੇਸ਼ਾਂ ਦੀ ਗੱਲ ਕੀਤੀ ਜਾਂਦੀ ਹੈ, ਅਮਰੀਕਾ ਦੇ ਵਿੱਚ $450 ਮਿਲੀਅਨ ਦਾ ਘਾਟਾ ਇਹ ਸੈਕਟਰ ਝੇਲ ਰਿਹਾ। ਯੂਰਪ ਦੇ ਵਿੱਚ ਸਬਸਿਡੀ ਦੇ ਸਹਾਰੇ ਸਭ ਕੁਝ ਚੱਲਦਾ ਹੈ, ਲੇਕਿਨ ਭਾਰਤ ਦੇ ਵਿੱਚ ਹਲੇ ਵੀ ਲੋੜ ਹੈ ਥੋੜ੍ਹੇ ਸੁਧਾਰਾਂ ਦੀ, ਜਿਸ ਦੇ ਉੱਤੇ ਆਪ ਸਰਕਾਰ ਕੋਸ਼ਿਸ਼ ਕਰੇਗੀ ਤਾਂ ਸੁਧਾਰ ਜ਼ਰੂਰ ਮੁਮਕਿਨ ਹੋਣਗੇ ਅਤੇ ਕਿਸਾਨਾਂ ਨੂੰ ਵੀ ਇੱਕ ਚੰਗਾ ਜੀਵਨ ਪੱਧਰ ਮਿਲੇਗਾ, ਇਹਨਾਂ ਪਰੇਸ਼ਾਨੀਆਂ ਤੋਂ ਦੂਰ ਰਹਿਣਗੇ। ਅਵਿਨਾਸ਼ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ। ਅਵਿਨਾਸ਼ ਜੀ, ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।